ਘਟ ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦ ਰਹੋ ਸੁਨੈ, ਜੋ ਕਾਲ ਕਿਰਪਾ ਕਰਾਏ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਟੁਕਰਾਏ। ਜਿਹਾ ਕਰੀ ਬਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਭਗਤ ਕਬੀਰ ਜੀਓ ਕਾ। ਅਚਰਜ ਏਕ ਸੁਨਹੁ ਰੇ ਪੰਡਿਆ, ਅਬ ਕਿਛ ਕਹਿਨ ਨਾ ਜਾਈ। ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰਿਭਵਨ ਮੇਖ ਲੀਲਾਈ। ਅਚਰਜ ਏਕ ਸੁਨਹੁ ਰੇ ਪੰਡਿਆ, ਅਬ ਕਿਛ ਕਹਿਨ ਨਾ ਜਾਈ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੀ ਗੁਰੂ ਕੀ ਸਾਧ ਸੰਗਤ ਜੀ, ਪਰਮਾਤਮਾ ਦਾ, ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਅਤੇ ਸ਼ੁਕਰਾਨਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਹੇ ਵਾਹਿਗੁਰੂ ਜੀ, ਸਾਨੂੰ ਮਾਨਸ ਦੇਹੀ ਮਨੁੱਖਾ ਸਰੀਰ ਸੁੰਦਰ ਜਨਮ ਬਖਸ਼ਿਸ਼ ਕੀਤਾ ਹੈ। ਤੇਰਾ ਕੋਟਾਨ ਕੋਟ ਸ਼ੁਕਰ ਹੈ। ਮਨੁੱਖਾ ਜਨਮ ਧਾਰਨ ਕਰਕੇ ਸਤਸੰਗ ਵਿੱਚ ਆਉਣਾ, ਬਾਣੀ ਵਾਲੇ ਪਾਸੇ ਲੱਗਣਾ, ਨਾਮ ਸਿਮਰਨ ਵਿੱਚ ਲੱਗਣਾ, ਇਹਦਾ ਮਤਲਬ ਅਸੀਂ ਪਰਮਾਤਮਾ ਦਾ ਹੁਕਮ ਕੁਛ ਮੰਨ ਰਹੇ ਹਾਂ। ਮਨੁੱਖਾ ਜਨਮ ਧਾਰਨ ਕਰਕੇ ਗਾਫਲ ਵਿੱਚ ਜਨਮ ਗਵਾ ਦਿੱਤਾ। ਨੀਂਦ ਸੌਣ ਵਿੱਚ, ਖੇਡਣ ਵਿੱਚ, ਹੱਸਣ ਵਿੱਚ, ਖਾਣ ਪੀਣ ਵਿੱਚ, ਭੋਗ ਵਿਲਾਸਾਂ ਦੇ ਵਿੱਚ, ਨਾਸਤਕਪਣੇ ਦੇ ਵਿੱਚ, ਬੜਪਣੇ ਵਿੱਚ ਬੇਅਰਥ ਜਨਮ ਨੂੰ ਗਵਾਤਾ। ਮੁੜ ਕੇ ਫਿਰ ਮਿਲਣਾ ਨਹੀਂ ਇਹ ਜਨਮ। ਪਛਤਾਉਂਦਾ ਹੈ ਇਨਸਾਨ। ਬੜੇ ਬੜੇ ਰਾਜੇ ਮਹਾਰਾਜੇ ਪਛਤਾਉਂਦੇ ਆ, ਤੂੰ ਕਿਹੜੇ ਬਾਗ ਦੀ ਮੂਲੀ ਆ। ਸੋ ਮਨੁੱਖਾ ਜਨਮ ਧਾਰਨ ਕਰਕੇ ਭਾਈ ਰੱਬ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਆਓ ਗੁਰੂ ਨਾਨਕ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਾਨਾ ਕਰੀਏ, ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਵੇਲੇ ਜਾਗਣ ਦੀ ਵੀ ਦਾਤ ਬਖਸ਼ੀ, ਇਸ਼ਨਾਨ ਦੀ ਸੱਚੇ ਪਾਤਸ਼ਾਹ ਨੇ ਦਾਤ ਬਖਸ਼ੀ ਆ। ਨਿਤਨੇਮ ਦੀ ਬਾਣੀ ਦੀ ਇਸ਼ਨਾਨ ਕਰਕੇ ਪੜ੍ਹਦੇ, ਆਪਣੇ ਘਰਾਂ ਦੇ ਵਿੱਚ ਗੁਰਬਾਣੀ, ਨਿਤਨੇਮ, ਮੂਲ ਮੰਤਰ, ਗੁਰਮੰਤਰ, ਸ਼ਬਦ, ਸੁਖਮਨੀ ਸਾਹਿਬ, ਜੋ ਵੀ ਰੱਬੀ ਉਸਤਤ ਕਰਦੇ ਆਏ ਹੋ, ਕਦਮ ਕਦਮ ਚੱਲ ਕੇ ਗੁਰੂ ਬਾਬੇ ਦੇ ਪਾਵਨ ਚਰਨਾਂ ਵਿੱਚ ਆ ਕੇ ਜੁੜੇ ਹੋ। ਵੱਡੇ ਭਾਗਾਂ ਵਾਲੇ ਹੋ। ਜਿਹੜੀ ਸੰਗਤ ਅਜੇ ਤੱਕ ਨਹੀਂ ਆਈ, ਉਹ ਵੀ ਸਾਰੇ ਆ ਕੇ ਚੌਂਕੜੇ ਮਾਰ ਕੇ ਇਕਾਗਰ ਮਨ ਨਾਲ ਵਾਹਿਗੁਰੂ ਦੇ ਜਾਪ ਵਿੱਚ ਜੁੜੋ। ਜਿਹੜੇ ਕੋਈ ਨਹੀਂ ਆ ਸਕਦੇ ਭਾਈ, ਕਈ ਵਾਰੀ ਬੁੱਢਾ ਸਰੀਰ ਹੁੰਦਾ, ਰੋਗੀ ਸਰੀਰ ਹੁੰਦਾ, ਗਿੱਟੇ ਗੋਡੇ ਸਾਥ ਨਹੀਂ ਹੁੰਦੇ, ਜਿੱਥੇ ਜਿੱਥੇ ਆਵਾਜ਼ ਸੁਣਦੀ ਉੱਥੇ ਬਹਿ ਜਾ ਕਰੋ। ਚੌਂਕੜੇ ਮਾਰ ਕੇ ਬੈਠੀਏ ਤਾਂ ਕਰਕੇ ਸਾਡਾ ਜੀਵਨ ਸਮਾਂ ਸਵਾਸ ਸਫਲੇ ਹੋ ਜਾਣ। ਆਓ ਤੁਹਾਡੀ ਮੇਰੀ ਸਾਰਿਆਂ ਦੀ ਗੁਰੂ ਨਾਲ ਗੁਰਮਤਿ ਅਨੁਸਾਰ ਸਾਂਝ ਬਣਾਵੇ। ਫਤਿਹ ਦੁਆਰਾ ਗੁਰੂ ਨੂੰ ਦੋਨੋਂ ਹੱਥ ਜੋੜ ਕੇ ਸੀਸ ਨਵਾ ਕੇ ਫਤਿਹ ਪ੍ਰਵਾਨ ਕਰਿਓ। ਨਮਸਕਾਰ ਕਰਦੀ ਹੋਈ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਸਾਡੇ ਉੱਤੇ ਕਿਰਪਾ ਕੀਤੀ ਆ, ਸਾਡੇ ਉੱਤੇ ਮਿਹਰ ਕੀਤੀ, ਰਹਿਮਤ ਕੀਤੀ। ਸਤਿਗੁਰਾਂ ਨੇ
ਅੰਮ੍ਰਿਤ ਵੇਲੇ ਸੁੰਦਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ੇ ਅਤੇ ਆਪ ਜੀਆਂ ਦੇ ਮੁੱਖ ਬਾਕ ਅੰਮ੍ਰਿਤ ਵੇਲੇ ਦੇ ਨਿਤਨੇਮ ਕੁਝ ਕੁ ਸ਼ਲੋਕ ਆਸਾ ਦੀ ਵਾਰ ਦੇ ਕੀਰਤਨ ਦੇ ਸਰਵਣ ਕੀਤੇ ਆ। ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ੍ਰੀ ਰਾਗ ਬਾਣੀ ਭਗਤ ਕਬੀਰ ਜੀਓ ਕੀ। ਪਾਵਨ ਪਵਿੱਤਰ 92 ਅੰਗ ਦੇ ਉੱਤੇ ਕਬੀਰ ਸਾਹਿਬ ਦਾ ਸ਼ਬਦ ਹੈ। ਕਬੀਰ ਸਾਹਿਬ ਨੂੰ ਕੋਈ ਸਾਧ ਸੰਗਤ ਜੀਓ ਸਵਾਲ ਕਰਦੇ ਨੇ, ਵੱਡੇ ਵੱਡੇ ਪੰਡਤ ਪਾਂਡੇ, ਕਈ ਵਾਰੀ ਮੁਲਾਣੇ ਵੀ, ਕਈ ਵਾਰੀ ਵਿਦਵਾਨ ਵੀ, ਕਈ ਵਾਰੀ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ ਅਖੌਤੀ ਸਾਧੂ ਵੀ। ਹੁਣ ਇੱਥੇ ਕਬੀਰ ਸਾਹਿਬ ਇਹ ਜਵਾਬ ਦਿੰਦੇ ਹਨ। ਸ਼੍ਰੀ ਰਾਗ ਭਗਤ ਕਬੀਰ ਜੀਓ ਕਾ। ਸ਼੍ਰੀ ਰਾਗ ਦੇ ਵਿੱਚ ਭਗਤ ਕਬੀਰ ਜੀਆਂ ਦਾ ਸ਼ਬਦ ਹੈ। ਅਚਰਜ ਏਕ ਸੁਨਹੁ ਰੇ ਪੰਡਿਆ। ਕਹਿੰਦੇ ਇਹ ਪੰਡਤ ਜੀ, ਇਹ ਮਾਇਆ ਦਾ ਸਰੂਪ ਧਿਆਨ ਦੇ ਕੇ ਸਰਵਣ ਕਰੋ। ਇਹ ਮਾਇਆ ਐਸੀ ਹੈ, ਅਸਚਰਜ ਰੂਪ ਹੈ। ਅਸਚਰਜ ਰੂਪ ਉਹਨੂੰ ਕਹਿੰਦੇ ਨੇ ਜਿਹੜੀ ਕੋਈ ਗੱਲ ਬਣਦੀ ਨਾ ਹੋਵੇ ਵੀ ਇਹ ਹੋ ਕਿਵੇਂ ਗਈ, ਇਹ ਤਾਂ ਹੋ ਹੀ ਨਹੀਂ ਸਕਣੀ ਸੀ। ਆਉ ਘਟ ਨ ਪੱਟੀ ਸੀ ਮਾਇਆ, ਪਾਣੀ ਮੈਲਾ ਮਾਟੀ ਗੋਰੀ, ਤਿਸ ਮਾਟੀ ਕੀ ਪੁੱਤਰੀ ਜੋਰੀ, ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ। ਇਸ ਕਰਕੇ ਕਹਿੰਦੇ ਪੰਡਤ ਜੀ ਕੁਛ ਕੀਤਾ ਕਹਿਣ ਕਿਹਾ ਜਾ ਸਕਦਾ ਹੈ। ਅਬ ਕਿਛ ਕਹਿਨ ਨਾ ਜਾਈ। ਭਾਈ ਕੁਛ ਵੀ ਨਹੀਂ ਕਿਹਾ ਜਾ ਸਕਦਾ। ਅਸਚਰਜ ਏਕ ਸੁਨਹੁ ਰੇ ਪੰਡਿਆ। ਹੇ ਪੰਡਤ ਜੀ, ਇੱਕ ਅਚਰਜ ਗੱਲ ਸੁਣਨੀ ਕਰੋ। ਅਬ ਕਿਛ ਕਹਿਣ ਨਾ ਜਾਈ। ਇਹ ਅਸਚਰਜ ਸੁਣੋ ਭਾਈ। ਅਚਰਜ ਏਕ ਸੁਨਹੁ ਰੇ ਭਾਈ, ਗੁਰ ਐਸੀ ਬੂਝ ਬੁਝਾਈ। ਹੁਣ ਸਾਡੇ ਪਾਸੋਂ ਬਿਆਸ ਵਸਿਸ਼ਟ ਵੱਡੇ ਵੱਡੇ ਇਤਿਹਾਸਕ ਤਰ੍ਹਾਂ ਦੇ ਤੇ ਸਾਧ ਸੰਗਤ ਜੀਓ ਅਨਰਵਚਨਚਾਰੀਆ ਬਿਨਾਂ ਹੋਰ ਕੁਛਾਂ ਅਨੇਕਾਂ ਨੇ ਸਾਧ ਸੰਗਤ ਜਿਨ੍ਹਾਂ ਦੇ ਮਾਇਆ ਦਾ ਸਰੂਪ ਕਥਨ ਨਹੀਂ ਕੀਤਾ ਜਾ ਸਕਦਾ। ਵੱਡੇ ਵੱਡੇ ਆਚਾਰੀਆ ਲੋਕਾਂ ਨੇ। ਸੋ ਕਬੀਰ ਸਾਹਿਬ ਕਹਿੰਦੇ ਨੇ ਇਹ ਮਾਇਆ ਦਾ ਕੰਮ ਕੀ ਹੈ? ਇਹ ਹੈ ਸੁਰ ਨਰ ਗਣ ਗੰਧਰਵ ਜਿਨ ਮੋਹੇ। ਜਿਹਨੇ ਸੁਰ ਕਹੀਏ ਸਾਧ ਸੰਗਤ ਜੀਓ ਦੇਵਤੇ, ਨਰ ਕਹੀਏ ਮਨੁੱਖ, ਗਣ ਕਹੀਏ ਜਿਵੇਂ ਸ਼ਿਵਾਂ ਦੇ ਗਣ ਮੰਨੇ ਜਾਂਦੇ ਆ, ਨੰਦੀ ਭ੍ਰਿੰਗੀ ਟੋਨਾ ਸ਼ੋਨਾ, ਇਹ ਤੇ ਗੰਧਰਵ ਦੇਵਤਿਆਂ ਦੇ 2 ਜੋਗੀ ਰਾਗੀ ਨੇ। ਇਹ ਸਾਰੇ ਵੱਡੇ ਵੱਡੇ ਮੋਹ ਲਏ। ਰੇ ਭਵਨ ਮੇਖੁਲੀ ਲਾਈ। ਮੇਖੁਲੀ ਕਹਿੰਦੇ ਭਾਈ ਆ ਇਹ ਜਿਹੜੀ ਮਾਇਆ ਮੋਹਣੀ ਹੈ ਨਾ, ਇਹ ਸਾਧ ਸੰਗਤ ਜੀਓ ਇਹਨੇ ਵੇਖ ਲਓ ਵੀ ਵੱਡੇ ਵੱਡਿਆਂ ਨੂੰ ਸਾਧ ਸੰਗਤ ਜੀਓ ਕਿਸੇ ਨੂੰ ਛੱਡਿਆ ਨਹੀਂ ਹੈ ਔਰ ਵੱਡੇ ਵੱਡਿਆਂ ਨੂੰ ਮੋਹ ਲਿਆ ਹੈ। ਬਰਮਾ ਵਿਸ਼ਨੂੰ ਮਹੇਸ਼, ਮਾਇਆ ਕਿਹੜੀ ਹੈ, ਇਹਦੇ ਗੁਣ ਕਿਹੜੇ ਨੇ? ਬੜੀ ਸਾਧ ਸੰਗਤ ਜੀਓ ਇਹ ਆਡੀ ਪਰਬਲ ਮਾਇਆ ਹੈ। ਰਾਜਾ ਰਾਮ ਅਨਹਦ ਕਿੰਗੁਰੀ ਬਾਜੈ। ਰਾਜਾ ਰਾਮ ਓੰ ਸੋਹੰ ਦੋਜਾ ਉਚਾਰਨ ਕਰਦੇ ਨੇ। ਜਦੋਂ ਸਾਧ ਸੰਗਤ ਜੋਗੀ ਲੋਕ ਤਿਰਕੁਟੀ ਤੋਂ ਉੱਪਰ ਜਾ ਕੇ ਧਿਆਨ ਟਿਕਾਉਂਦੇ ਨੇ, ਉੱਥੇ ਉਹਨਾਂ ਦੀ ਸੁਰਤ ਟਿਕਦੀ ਆ। ਉਹ ਕਹਿੰਦੇ ਇੱਥੇ ਅਨਹਦ ਜਿਹੜੇ ਨੇ ਬਿਨਾਂ ਬਜਾਏ ਤੇ ਹੱਦ ਤੋਂ ਬਾਹਰ ਜਿਹੜੇ ਸ਼ਬਦ ਨੇ ਉਹ ਸੁਣਾਈ ਦਿੰਦੇ ਨੇ। ਕਿੰਗੁਰੀ ਬਾਜੈ ਕਹਿੰਦੇ ਇੱਕ ਰਸ ਇਹ ਸਾਧ ਸੰਗਤ ਜੀਓ ਕਿੰਗ ਵੱਜ ਰਹੀ ਹੈ। ਜਾ ਕੀ ਦ੍ਰਿਸ਼ਟ ਨਾਦ ਲਿਵ ਲਾਗੈ। 10ਵੇਂ ਦੁਆਰ ਦੇ ਨਾਦ ਸ਼ਬਦਾਂ ਵਿਖੇ ਜਾ ਕੇ, ਜਾਂ ਕਿ ਜਿਹੜੀ ਲਿਵ ਬਿਰਤੀ ਲੱਗੀ ਹੋਈ ਹੈ ਨਾ, ਉਹ ਸਾਡੇ ਮਤ ਵਿੱਚ ਨਾਦ ਹੈ। ਤੇ ਸਾਧ ਸੰਗਤ ਜੀਓ ਜੋਗੀ ਪੰਡਤ ਕਹਿੰਦੇ ਨੇ, ਕਹਿੰਦੇ ਹੇ ਪ੍ਰਭੂ ਜੀ, ਅਜਿਹੀ ਨਾਦ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ? ਰਹਾਉ। ਜੋਗੀਆਂ ਨੂੰ ਭਗਤ ਕਬੀਰ ਜੀ ਸਾਧ ਸੰਗਤ ਜੀਓ ਕਹਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਜਿਨ੍ਹਾਂ ਉੱਪਰ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਹੈ ਨਾ ਦ੍ਰਿਸ਼ਟੀ, ਉਹਨਾਂ ਨੂੰ ਇਸ ਪ੍ਰਕਾਰ ਦੇ ਨਾਦ ਦੀ ਪ੍ਰਾਪਤੀ ਹੁੰਦੀ ਹੈ। ਹਰ ਕੋਈ ਕਹਿੰਦਾ ਮੈਨੂੰ ਨਾਦ ਸ਼ਬਦ ਸੁਣਦੇ ਨੇ, ਮੈਨੂੰ ਆਹ ਹੁੰਦਾ ਹੈ। ਜੋਗੀ ਨੇ ਬੇਨਤੀ ਕੀਤੀ, ਪ੍ਰਭੂ ਜੀ ਸਾਡੇ ਮੱਤ ਵਿੱਚ ਤਾਂ ਸ਼ਰਾਬ ਪੀਂਦੇ ਨੇ, ਤੁਸੀਂ ਕਿਸ ਤਰ੍ਹਾਂ ਦੀ ਸ਼ਰਾਬ ਪੀਂਦੇ ਹੋ? ਭਾਠੀ ਗਗਨ ਸਿੰਘਿਆ ਅਰ ਚੁੰਗਿਆ। ਸਿੰਘਿਆ ਅਰ ਚੁੰਗਿਆ ਕਹਿੰਦੇ 10ਵਾਂ ਦੁਆਰ ਇੱਕ ਭੱਠੀ ਹੈ। 10ਵਾਂ ਦੁਆਰ ਆ ਅਗਮ ਉਪਾਰਾ ਪਰਮ ਪੁਰਖ ਕੀ ਘਾਟੀ। ਇਸ ਕਰਕੇ ਸਾਧ ਸੰਗਤ ਜੀਓ ਜਦੋਂ ਪਹਿਲਾਂ ਤਾਂ
ਜਿਹੜਾ ਜਾਪ ਹੈ ਇਹ ਬੈਖਰੀ ਦੁਆਰਾ ਕੀਤਾ ਜਾਂਦਾ, ਬੋਲ ਕੇ ਵਾਹਿਗੁਰੂ 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 ਵਾਹਿਗੁਰੂ। ਇਹ ਹੁਣ ਧਰਿਆ ਜਾਂਦਾ। ਫਿਰ ਸਵਾਸਾਂ ਨਾਲ, ਸਵਾਸ ਅੰਦਰ ਨੂੰ ਜਾਂਦਾ, ਵਾਹੇ ਬਾਹਰ ਨੂੰ ਆਉਂਦਾ ਹੈ, ਗੁਰੂ ਵਾਹੇ ਗੁਰੂ। ਇਹ ਸਵਾਸਾਂ ਨਾਲ ਹੋ ਗਿਆ ਨਾ। ਫਿਰ ਸਾਧ ਸੰਗਤ ਜੀਓ ਅੱਗੇ ਇਹਨੂੰ ਕਹਿੰਦੇ ਨੇ ਮੱਧਮਾਂ ਦੇ ਵਿੱਚ ਬੋਲੀ ਜਾਣਾ। ਅੱਗੇ ਬੋਲਣਾ ਵੀ ਹੈ ਨਹੀਂ, ਇਕੱਲੇ ਸਵਾਸ ਹੀ ਚੱਲਦੇ ਨੇ, ਸਵਾਸਾਂ ਦੇ ਨਾਲ ਹੀ ਉਹਨੂੰ ਪਸੰਤੀ ਕਹਿੰਦੇ ਨੇ। ਨਾਭੀ ਤੱਕ ਸਵਾਸ ਚਲਿਆ ਗਿਆ, ਬਾਹਰ ਨੂੰ ਆਉਂਦਾ ਵਾਹਿਗੁਰੂ ਬੋਲ ਕੇ ਨਹੀਂ ਕਰਨਾ, ਇਹ ਇਕੱਲੇ ਸਵਾਸਾਂ ਨਾਲ ਹੈ। ਅਤੇ ਅੱਗੇ ਜਾ ਕੇ ਫਿਰ ਜਿਹੜਾ ਚੌਥੀ ਅਵਸਥਾ ਜਿਹਨੂੰ ਪਰਾਬਾਣੀ ਕਹਿੰਦੇ ਨੇ, ਸਵਾਸ ਸਾਡਾ ਜਾਂਦਾ ਨਾਭੀ ਨਾਲ ਟਕਰਾਉਂਦਾ, ਧਿਆਨ ਜਿਹੜਾ ਸਾਡਾ ਉਹ ਸ਼ਬਦ ਦੇ ਵਿੱਚ ਹੁੰਦਾ ਹੈ, ਔਰ ਜਦੋਂ ਨਾਭੀ ਤੋਂ ਟਕਰਾ ਕੇ ਆਉਂਦੇ ਆਉਂਦੇ ਇਹਦੇ ਅੱਖਰ ਬਣ ਜਾਂਦੇ ਨੇ। ਅੱਖਰ ਬਣ ਜਾਂਦੇ ਨੇ, ਫਿਰ ਹਿਰਦੇ 'ਚੋਂ ਆਵਾਜ਼ ਦਾ ਸਾਧਨ ਬਣਦਾ, ਫਿਰ ਵਾਹਿਗੁਰੂ ਨਿਕਲਦਾ। ਇਹ ਭਾਠੀ ਗਗਨ ਸਿੰਘਿਆਂ ਅਰ ਚੁੰਘਿਆਂ ਦਸਵਾਂ ਦੁਆਰ ਰੂਪੀ ਇੱਕ ਭੱਠੀ ਹੈ। ਸਿੰਘਿਆਂ ਸੱਜੀ ਸੁਰ ਹੈ, ਸੱਜੀ ਸੁਰ ਸੂਰਜ ਦੀ ਹੈ, ਖੱਬੀ ਹੈ ਚੰਦਰਮਾ ਦੀ। ਈੜਾ ਪਿੰਗਲਾ ਵੀ ਕਹਿੰਦੇ ਨੇ ਇਹਨੂੰ, ਦੋ ਨਾਲੀਆਂ। ਇਹ ਸੁੱਧ ਅੰਤਸ਼ਕਰਨ ਰੂਪੀ ਕਨਕ ਸਵਰਨ ਦਾ ਇੱਕ ਕਲਸ਼ ਪਾਇਆ ਹੋਇਆ ਹੈ। ਸਤਿਗੁਰੂ ਕਹਿੰਦੇ ਨੇ ਕਨਕ ਕਲਸ਼ ਇੱਕ ਪਾਇਆ। ਜੋਗਾਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਸ਼ੁੱਧ ਅੰਤਸ਼ਕਰਨ ਤੋਂ ਬਿਨਾਂ, ਸੋਨੇ ਦੇ ਭਾਂਡੇ ਤੋਂ ਬਿਨਾਂ ਸ਼ੇਰਨੀ ਦਾ ਦੁੱਧ ਨਹੀਂ ਰਹਿੰਦਾ। ਜਿਵੇਂ ਦੱਸਿਆ ਵਿਦਵਾਨਾਂ ਨੇ, ਦੁਗਧ ਸ਼ੇਰਨੀ ਕੋ ਜੋ ਨਿਕਾਰੈ, ਕੰਚਨ ਕੋ ਬਾਸਨ ਤਿਸ ਧਾਰੇ, ਅਪਰ ਪਾਤਰ ਕੋ ਕਰਨਿਜ ਜੋਰ, ਪਰਿਓ ਦੇਤ ਹੈ ਤਤ ਛਿਨ ਭੋਰ। ਕਹਿੰਦੇ ਸ਼ੇਰਨੀ ਦਾ ਦੁੱਧ ਹੋਰ ਕਿਸੇ ਭਾਂਡੇ ਨੂੰ ਉਹਦੀ ਭੰਨ ਦਿੰਦਾ, ਪਾੜ ਦਿੰਦਾ, ਇੰਨਾ ਤਾਕਤ ਵਾਲਾ ਹੁੰਦਾ, ਸੋਨੇ ਦੇ ਭਾਂਡੇ ਵਿੱਚ ਰਹਿੰਦਾ। ਇਸੇ ਤਰ੍ਹਾਂ ਜਿਹੜਾ ਨਾਮ ਹੈ ਨਾ ਵਾਹਿਗੁਰੂ ਦੀ ਬੰਦਗੀ, ਇਹ ਸਾਫ ਸੁੱਧ ਹਿਰਦੇ ਵਿੱਚ ਰਹਿੰਦਾ ਹੈ। ਤਿਸ ਮਹਿ ਧਾਰ ਚੁਐ ਅਤ ਨਿਰਮਲ। ਅੰਤਸ਼ਕਰਨ ਸੁੱਧ ਹੋ ਗਈ ਜਦੋਂ ਫਿਰ ਸੁੱਧ ਮਨ ਦੇ ਨਾਲ ਬਹਿ ਕੇ ਕਿਤੇ ਵਾਹਿਗੁਰੂ ਜਪਦਾ ਨਾ, ਅੰਦਰੋਂ ਸਾਧ ਸੰਗਤ ਜੀਓ ਅੰਮ੍ਰਿਤ ਦੇ ਝਰਨੇ ਵਗਣ ਲੱਗ ਜਾਂਦੇ ਨੇ। ਬਾਣੀ ਉਚਰੈ ਸਾਧ ਜਨ ਅੰਮਿਓ ਚੱਲੈ ਝਰਨੇ, ਸੁਣ ਵਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਕਹਿੰਦੇ ਨੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਕਿਵੇਂ ਵਰਸਦਾ? ਉਦੋਂ ਫਿਰ ਹੌਲੀ ਹੌਲੀ ਟਕਾ ਨਾਲ ਜ਼ੋਰ ਨਹੀਂ ਲਾਉਣਾ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪਿਆ ਕਰੋ ਵਾਹਿਗੁਰੂ। ਫਿਰ ਚੁੱਪ ਕਰ ਜਾਣਾ। ਇਹ ਜੋਗੀ ਲੋਕ ਤ੍ਰਿਕੁਟੀ 'ਚ ਧਿਆਨ ਧਰਦੇ ਆ, ਪਰ ਸਤਿਗੁਰਾਂ ਨੇ ਸ਼ਬਦ ਸੁਰਤ ਦਾ ਹੀ ਕਿਹਾ, ਸ਼ਬਦ ਗੁਰੂ ਸੁਰਤ ਧਨ ਚੇਲਾ। ਇਹ ਜਦੋਂ ਨਾ ਸਾਧ ਸੰਗਤ ਜੀਓ ਉੱਪਰੋਂ ਸ਼ਬਦ ਸੁਰਤ ਦਾ ਸੁਮੇਲ ਹੋਇਆ ਤੇ ਧਾਰ ਇੰਜ ਪੈਣ ਲੱਗ ਜੂ ਜਿਵੇਂ ਤੇਲ ਦੀ ਧਾਰ ਪੈਂਦੀ ਹੈ। ਸ਼ਰਾਬ ਕੱਢਣ ਵਾਲੇ ਨਾਲੀਆਂ ਪਾਈਪ ਲਾਉਂਦੇ ਨਾ ਘੜਿਆਂ ਤੇ ਢੋਲਾਂ ਤੇ ਉਹ ਪਾਈਪ ਦੇ ਰਾਹੀਂ ਜਿਹੜਾ ਸਾਧ ਸੰਗਤ ਦਾ ਅਰਕ ਹੁੰਦਾ ਕੱਢਦਾ ਹੈ, ਅਰਕ ਆਉਂਦਾ। ਇਸੇ ਤਰ੍ਹਾਂ ਨਾਮ ਦਾ ਰਸ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਉਹ ਅਕਾਲ ਪੁਰਖ ਵਾਹਿਗੁਰੂ ਦੇ ਘਰ ਤੋਂ ਆਉਂਦੀ ਹੈ। ਸਾਧ ਸੰਗਤ ਤੁਰਕੀ ਬਾਣੀ ਇਹਦੇ ਅੰਦਰ ਆ ਕੇ ਵਰਤਦੀ ਹੈ ਜੀ। ਮਹਾਰਾਜ ਕਹਿੰਦੇ ਤਿਸਮੈ ਧਾਰ ਚੂਐ ਅਤ ਨਿਰਮਲ। ਉਹ ਸੁੱਧ ਭਾਂਡੇ ਵਿੱਚ ਪੈਂਦੀ ਹੈ, ਬੜੀ ਨਿਰਮਲ ਹੈ ਬਾਣੀ, ਤੈਨੂੰ ਵੀ ਨਿਰਮਲ ਕਰਦੀ ਹੈ। ਰਸ ਮਹਿ ਰਸਨ ਚੁਆਇਆ। ਜਿਵੇਂ ਜ਼ਿਆਦਾ ਗੂੜੇ ਰਸ ਨੂੰ ਸਾਧ ਸੰਗਤ ਜੀ ਜੀਭਾ ਚੱਖਦੀ ਹੈ ਨਾ, ਇਉਂ ਨਾਮ ਦਾ ਰਸ ਆਉਂਦਾ ਬੰਦਗੀ ਕਰਨ ਵਾਲਿਆਂ ਨੂੰ। ਇੱਕ ਜੋ ਬਾਤ ਅਨੂਪ ਬਣੀ ਹੈ। ਇੱਕ ਹੋਰ ਉਪਮਾ ਤੋਂ ਰਹਿਤ ਕੋਈ ਅਸਚਰਜ ਰੂਪ ਗੱਲ ਕੋਈ ਐਸੀ ਬਣੀ ਕੁਦਰਤੀ। ਪਵਨ ਪਿਆਲਾ ਸਾਜਿਆ। ਜੋਗਾਨੰਦ ਦੇ ਪੀਵਣੇ ਨੂੰ ਪਿਆਲਾ ਪਾਉਣਾ, ਪਵਨ ਪਿਆਲਾ ਕਹਿੰਦੇ ਨੇ, ਪੀਣ ਵਾਲਾ ਪਿਆਲਾ ਸਾਜਿਆ ਬਣਾਇਆ। ਕਿਹੜਾ ਪਿਆਲਾ? ਸ਼ਰਾਬ ਦੇ ਪੀਣ ਵਾਲਾ ਕਿਹੜਾ? ਤੀਨ ਭਵਨ ਮਹਿ ਏਕੋ ਜੋਗੀ। ਕਹਿੰਦੇ ਅਜਿਹੀ ਸ਼ਰਾਬ ਪੀਣ ਦੇ ਵਾਲਾ ਤਿੰਨਾਂ ਭਵਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੀ ਹੁੰਦਾ। ਦੁਰਲਭ ਜੋਗੀ ਹੈ। ਕਹੋ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ। ਜਿਹੜੇ ਬੰਦਿਆਂ ਨੂੰ
ਆ ਜਿਹੜੇ ਪ੍ਰਤੱਖ ਸ਼ਰਾਬ ਪੀਂਦੇ ਨੇ ਇਹਦਾ ਨਸ਼ਾ ਆਉਣ ਲੱਗ ਗਿਆ, ਉਹਨੂੰ ਰੱਬ ਦੀ ਬਾਣੀ ਦਾ ਨਸ਼ਾ ਨਹੀਂ ਆਉਂਦਾ। ਇਹ ਤਾਂ ਸਵੇਰ ਨੂੰ ਉਤਰ ਜਾਂਦੀ ਹੈ ਸ਼ਾਮ ਦੀ ਪੀਤੀ ਹੋਈ। ਪੋਸਤ ਫੀਮ ਭੰਗ ਮਦ ਉਤਰ ਜਾਹੇ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਿਨ੍ਹਾਂ ਨੇ ਪੀਤੀ ਹੈ ਨਾ, ਸਤਿਗੁਰੂ ਮਹਾਰਾਜ ਕਹਿੰਦੇ ਰਾਜਾ ਰਾਮ ਅਨਹਦ ਕਿੰਗੁਰੀ ਬਾਜੈ। ਕਹਿੰਦੇ ਭਾਈ ਉਹ ਪ੍ਰਕਾਸ਼ ਰੂਪ ਪਰਮਾਤਮਾ ਦੀ ਸਰਬ ਵਿਆਪਕ ਅਨਹਦ ਇੱਕ ਰਸ ਵੱਜ ਰਹੀ ਹੈ, ਜਾਂ ਕੀ ਦਿਸਤ ਨਾਦ ਲਿਵ ਲਾਗੈ ਰਹਾਓ। ਜਿਹਦੇ ਉੱਪਰ ਸਤਿਗੁਰੂ ਦੇਵ ਦੀ ਕਿਰਪਾ ਹੁੰਦੀ ਹੈ, ਦ੍ਰਿਸ਼ਟੀ ਹੁੰਦੀ ਹੈ, ਬ੍ਰਹਮਨਾਦ ਉਹਨਾਂ ਦਾ ਆਪਣੇ ਆਪ ਹੀ ਚੱਲ ਪੈਂਦਾ ਹੈ। ਸਤਿਗੁਰੂ ਉਹਨਾਂ ਤੇ ਕਿਰਪਾ ਕਰਦੇ ਨੇ। ਪਾਠੀ ਗਗਨ ਸਿੰਘਿਆਂ ਅਰਚੁੰਗਿਆਂ ਕਨਕ ਕਲਸ ਇੱਕ ਪਾਇਆ। ਕਹਿੰਦੇ ਚੇਤਨ ਦੇਵ ਰੂਪੀ ਤਾਂ ਭੱਠੀ ਹੈ, ਅਸੁਰੀ ਸੰਪਦਾ ਵਾਲੇ ਗੁਣਾਂ ਨਾਲ ਸਿੰਘਿਆ ਸੰਗਨਾ ਭਾਵ ਉਹ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਅਭਿਆਸ ਕਰਨਾ। ਹਰ ਕਦਮ ਹਰ ਸਵਾਸ ਉਹਨੂੰ ਸਾਧ ਸੰਗਿਓ ਨਾਮ ਸਿਮਰਨ ਨੂੰ ਚੇਤੇ ਰੱਖਣਾ। ਇਹ ਤੀਨ ਭਵਨ ਮਹਿ ਏਕੋ ਜੋਗੀ। ਤਿੰਨਾਂ ਭਵਨਾਂ ਵਿੱਚ ਕੋਈ ਇੱਕ ਅੱਧਾ ਕੋਈ ਪਰਮੇਸ਼ਰ ਦਾ ਜੋਗੀ ਕਹਿੰਦੇ ਨੇ ਜੁੜਨ ਵਾਲੇ ਨੂੰ, ਕੋਈ ਇੱਕ ਅੱਧਾ ਜੋਗੀ ਹੈ। ਕਹੋ ਕਵਨ ਹੈ ਰਾਜਾ, ਫਿਰ ਇਹ ਸਾਰੇ ਤਾਂ ਕੰਗਾਲ ਨੇ। ਰਾਜਾ ਕੌਣ ਹੈ? ਐਸੇ ਗਿਆਨ ਪ੍ਰਗਟਿਆ ਪੁਰਖੋਤਮ। ਇਸ ਪ੍ਰਕਾਰ ਦੇ ਸਾਧਨਾ ਨਾਲ ਭਾਈ ਪੁਰਖੋਤਮ ਜਿਹੜਾ ਪਰਮਾਤਮਾ ਵਾਹਿਗੁਰੂ ਸਭ ਤੋਂ ਉੱਤਮ ਹੈ। ਕਹੋ ਕਬੀਰ ਰੰਗ ਰਾਤਾ, ਮੈਂ ਉਹਦੇ ਰੰਗ ਦੇ ਵਿੱਚ ਰੰਗਿਆ ਗਿਆ ਜਿਹੜਾ ਉਸ ਵਾਹਿਗੁਰੂ ਨੇ ਕਿਰਪਾ ਕਰਤੀ। ਔਰ ਦੁਨੀ ਸਭ ਭਰਮ ਭੁਲਾਨੀ। ਕਹਿੰਦੇ ਜਦੋਂ ਨਾਮ ਨਾਲ ਜੁੜ ਗਿਆ ਭਗਤ ਕਬੀਰ ਜੀ ਕਹਿੰਦੇ ਨੇ ਹੋਰ ਦੁਨੀਆ ਨੂੰ ਭਾਈ ਭੁੱਲ ਗਏ। ਹੋਰ ਦੁਨੀਆ ਨੂੰ ਸਾਧ ਸੰਗਜੋ ਸਾਰੀ ਨੂੰ ਹੀ ਭੁੱਲਿਆ ਭਰਮ ਦੇ ਵਿੱਚ ਵਿਕਾਰਾਂ ਵਿੱਚ। ਮਨ ਰਾਮ ਰਸਾਇਨ ਮਾਤਾ। ਹੁਣ ਜਿਹੜਾ ਇੱਕ ਤਾਂ ਦੁਨੀਆ ਦੇ ਰਸ ਸੀਗੇ, ਇੱਕ ਸੀ ਨਾਮ ਦਾ ਰਸ। ਸੇਵਾ ਨਾਮ ਬੰਦਗੀ ਭਗਤੀ ਦੇ ਰਸਾਂ ਵਿੱਚ ਮੇਰਾ ਮਨ ਮਸਤ ਹੋਇਆ ਹੈ ਪਰਮਾਤਮਾ ਦੇ ਰਸਾਂ ਦੇ ਵਿੱਚ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ। ਸ਼੍ਰੀ ਰਾਗ ਦੇ ਵਿੱਚ ਭਗਤ ਬੇਣੀ ਜੀ ਬੜੀਆਂ ਡੂੰਘੀਆਂ ਗੱਲਾਂ ਕਰਦੇ ਨੇ ਔਰ ਕੋਈ ਸਵਾਲ ਕਰਦੇ ਨੇ ਉਹਨੂੰ ਈੜਾ ਪਿੰਗਲਾ ਔਰ ਸੁਖਮਨਾ। ਪ੍ਰਭਾਤੀ ਵਿੱਚ ਆਉਂਦਾ ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਰ ਤਲਕਾਤੀ। ਬੇਣੀ ਭਗਤ ਜੀ ਸਾਧ ਸੰਗਤ ਜੀਓ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਦੱਸਿਆ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਵੈ। ਕਰਮ ਕਰੈ ਅਧਿਆਤਮੀ ਹੋਰਸ ਕਿਸੇ ਨਾ ਅਜਰ ਲਖਾਵੈ। ਘਰ ਆਇਆ ਜਾ ਪੁੱਛੀਏ ਰਾਜ ਦੁਆਰ ਗਿਆ ਆ ਲਾਵੈ। ਘਰ ਸਭ ਬੰਥੂ ਮੰਗੀਆਂ ਵਲਛਲ ਕਰਕੇ ਝੱਤ ਲੰਘਾਵੈ। ਵੱਡਾ ਸੰਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ। ਪੈਜ ਸਵਾਰੇ ਭਗਤ ਦੀ ਰਾਜਾ ਹੋਇ ਕੇ ਘਰ ਚੱਲ ਆਵੈ। ਦੇ ਦੁਲਾਸਾ ਤੁਸੈ ਕੈ ਅਨਗਿਣਤੀ ਖਰਚੀ ਪਹੁੰਚਾਵੈ। ਉਥੋਂ ਆਇਆ ਭਗਤ ਪਾਸ ਹੋਏ ਦਿਆਲ ਚੇਤ ਉਪਜਾਵੈ। ਭਗਤ ਜਨਾ ਜੈਕਾਰ ਕਰਾਵੈ। ਇਹ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੈਰਿਆਂ ਕੇ ਘਰ ਗਾਵਣਾ। ਪਹਿਲਾ ਪਹਿਰਾ ਦੂਜਾ ਪਹਿਰਾ ਤੀਜਾ ਚੌਥਾ ਦਿਨ ਦੇ ਪਹਿਰੇ ਰਾਤ ਦੇ ਪਹਿਰੇ ਨੇ। ਇਹ ਪਹਿਰਿਆਂ ਦਾ ਵਿੱਚ ਗਾਇਨ ਕੀਤਾ ਹੋਇਆ ਸ਼ਬਦ ਸੀਗਾ। ਪਹਿਰਿਆਂ ਕੈ ਘਰ ਗਾਵਣਾ। ਹਾਂਜੀ ਪਹਿਰਿਆਂ ਦੇ ਘਰ ਜਾ ਗਾਵਣਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇੱਕ ਛੰਦ ਦੀਆਂ ਚਾਲਾਂ ਹੁੰਦੀਆਂ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਗਿਆ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਨਾ ਪਰਮਾਤਮਾ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਲਾ ਉਹ ਇੱਕੋ ਹੀ ਹੈ ਦੁਨੀਆ ਦੇ ਵਿੱਚ। ਓੰਕਾਰ ਉਹ ਪ੍ਰਕਾਸ਼ ਰੂਪ ਹੈ ਸਾਰੇ। ਉਹ ਤਿੰਨੇ ਕਾਲਾਂ ਵਿੱਚ ਸਤ ਹੈ। ਹੁਣ ਵੀ ਸਤ ਹੈ, ਪਹਿਲਾਂ ਵੀ ਸਤ ਸੀ, ਅੱਗੇ ਨੂੰ ਵੀ ਸਤ ਹੋਵੇਗਾ। ਸਤ ਜੁਗਾਦ ਗੁਰ ਚੇਤਨ ਸਰੂਪ ਹੈ। ਹਨੇਰੇ ਤੋਂ ਚਾਨਣ ਕਰਨ ਵਾਲਾ ਪ੍ਰਸਾਦ ਆਨੰਦ ਸਰੂਪ ਹੈ। ਕਦੇ ਸੋਗਮਈ ਨੀ ਕਿਰਪਾ ਦਾ ਵਾਚਕ ਹੈ। ਰੇ ਨਰ ਗਰਭ ਕੁੰਡਲ ਜਬ ਆਠਤ। ਗਰਭ ਕੁੰਡਲ ਜਬ ਆਠਤ ਕਹਿੰਦੇ ਹੇ ਪੁਰਸ਼ਾ ਮਾਤਾ ਦੇ ਗਰਭ ਦੇ ਵਿੱਚ ਕੁੰਡਲਕਾਰ ਕਿਵੇਂ ਤੂੰ ਸਾਧ ਸੰਗਜਿਓ ਪੁੱਠਾ ਲਟਕਦਾ ਸੀ। ਉਰਦ ਧਿਆਨ ਲਿਵ ਲਾਗਾ। ਤੇਰਾ ਪੁੱਠਾ ਲਟਕੇ ਦਾ ਸਿਰ ਹੇਠਾਂ ਸੀ, ਪੈਰ ਉੱਪਰ ਸੀਗੇ, ਟੰਗਿਆ ਹੋਇਆ ਸੀ, ਪਰ ਤੇਰਾ ਵਾਹਿਗੁਰੂ ਦੇ ਵਿੱਚ ਬਿਰਤੀ ਲੱਗੀ ਹੋਈ ਸੀ। ਰੇ ਮੂੜੇ ਤੂੰ ਕਿਉਂ ਸਿਮਰਤ ਅਵ ਨਾਹੀ। ਨਰਕ ਘੋਰ ਮੈਂ ਉਰਦ ਤਪ ਕਰਦਾ ਨਿਮਖ ਨਿਮਖ ਗੁਣ ਗਾਹੀ।
ਇਸ ਕਰਕੇ ਪੁੱਠਾ ਲਟ ਕੇ ਤਪ ਕਰਦਾ ਸੀ। ਕਹਿੰਦਾ ਸੀ ਨਾ, ਗਰਭ ਕੁੰਡਲ ਮੈਂ ਉਰਦ ਗਿਆਨੀ, ਆਪੇ ਜਾਣੈ ਅੰਤਰਜਾਮੀ। ਸਾਸ ਸਾਸ ਸਚ ਨਾਮ ਸੰਭਾਲੇ, ਅੰਤਰ ਉਦਰ ਮਝਾਰਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦਾ ਸਵਾਸ ਸਾਸ ਸਿਮਰਨ ਕਰਦਾ ਸੀਗਾ, ਮੈਨੂੰ ਮਾਲਕਾ ਇੱਥੋਂ ਕੱਢ ਲੈ, ਸੱਚੇ ਪਾਤਸ਼ਾਹ ਮੇਰੇ ਤੇ ਬਖਸ਼ਿਸ਼ ਕਰ। ਉਰਦ ਤਪ ਕਰਦਾ, ਪੁੱਠਾ ਲਟਕਦਾ। ਸਾਧ ਸੰਗਤ ਜੀਓ, ਮਹਾਰਾਜ ਕਹਿੰਦੇ ਨਾ, ਉੱਥੇ ਤੇਰਾ ਧਿਆਨ ਟਿਕਿਆ ਹੋਇਆ ਸੀਗਾ। ਕਹਿੰਦਾ ਸੀ ਸਾਸ ਸਾਸ ਮੈਂ ਵਾਹਿਗੁਰੂ ਨੂੰ ਜਪੂੰ, ਗਰਭ ਕੁੰਡ ਮੈਂ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਤੇ, ਗਰਭ ਜੋਨ ਮੈਂ ਉਰਦ ਤਪ ਕਰਤਾ, ਤਉ ਜਠਰ ਅਗਨ ਮਹਿ ਰਹਿਤਾ। ਜਠਰ ਅਗਨ ਸੀ ਤੇਰੇ ਨੇੜੇ। ਮਿਰਤਕ ਪਿੰਡ ਪਦ ਮਦਨਾ ਅਹਨਸ। ਪਦ ਮਦਨਾ ਅਹਨਸ, ਜਿਸ ਵੇਲੇ ਤੂੰ ਮਾਤਾ ਦੇ ਗਰਭ ਵਿੱਚ ਸਥਿਤ ਸੀ ਨਾ, ਜਦੋਂ ਤੂੰ ਮਾਤਾ ਦੇ ਗਰਭ ਦੇ ਵਿੱਚ ਨਿਵਾਸ ਕੀਤਾ, ਉਸ ਵੇਲੇ ਪਿੰਡ ਸਰੀਰ ਦੀ ਤਰਫੋਂ ਮਿਰਤਕ ਸੀ, ਭਾਵ ਦੇਹ ਅਧਿਆਸ ਨਹੀਂ ਸੀ ਤੇਰਾ। ਵਾਹਿਗੁਰੂ ਦੇ ਪਦ ਚਰਨਾਂ ਦੇ ਵਿੱਚ ਸਾਧ ਸੰਗਤ ਜੀਓ ਤੇਰਾ ਧਿਆਨ ਜੁੜਿਆ ਹੋਇਆ ਸੀ, ਮਸਤ ਸੀ, ਦਿਨ ਰਾਤ ਉਹ ਵਾਹਿਗੁਰੂ ਵਿੱਚ ਜੁੜਿਆ ਸੀ। ਏਕ ਅਗਿਆਨ ਸੋ ਨਾਗਾ। ਏਕ ਅਗਿਆਨ ਸੋ ਨਾਗਾ, ਅਗਿਆਨ ਦਾ ਨਾਗਾ ਸੀ, ਕਿਉਂਕਿ ਮਾਂ ਦੇ ਪੇਟ ਵਿੱਚ ਤੈਨੂੰ 100 ਜਨਮ ਦੀ ਔਰ ਖਬਰ ਸੀ। ਸਾਧ ਸੰਗ ਮਿਰਤਕ ਮਿੱਟੀ ਦਾ ਪਿੰਡ ਸਰੀਰ ਜੋ ਤੈਨੂੰ ਪ੍ਰਾਪਤ ਹੋਇਆ, ਇੱਕ ਪਦ ਮੁਰਾਤਬਾ ਮਿਲਿਆ ਸੀ। ਇਸ ਦਾ ਤੈਨੂੰ ਸਾਧ ਸੰਗ ਮਦ ਹੰਕਾਰ ਨਹੀਂ ਸੀ। ਐਨ ਦਿਨ ਰਾਤ, ਦਿਨੇ ਰਾਤ ਇੱਕ ਅਗਿਆਨ ਸੀ, ਭਾਵ ਤੈਨੂੰ ਸੋਝੀ ਨਹੀਂ ਸੀ, ਤੂੰ ਬੋਲ ਕੇ ਨਹੀਂ ਦੱਸ ਸਕਦਾ ਸੀ, ਨੰਗਾ ਸੀ। ਤੇ ਦਿਨ ਸੰਮਲ ਕਸ਼ਟ ਮਹਾ ਦੁਖ। ਤੇ ਦਿਨ ਸੰਮਲ ਕਹਿੰਦੇ ਨੇ, ਤੇ ਦਿਨ ਸੰਮਲ ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਉਹ ਦਿਨ ਸੰਭਾਲਣਾ ਕਰ, ਜਦ ਤੂੰ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਹੋਇਆ ਤਰਲੇ ਕੱਢਦਾ ਸੀ ਪਰਮਾਤਮਾ ਦੇ, ਸੱਚੇ ਪਾਤਸ਼ਾਹ ਮੈਨੂੰ ਇੱਥੋਂ ਕੱਢ ਲੈ, ਇੱਕ ਵਾਰੀ ਮੇਰੇ ਤੇ ਕਿਰਪਾ ਕਰ, ਤੂੰ ਤਾਂ ਹੁਣ ਸਾਰੀ ਭੁੱਲ ਗਿਆ। ਅਬ ਚਿਤ ਅਦਕ ਪਸਾਰਿਆ। ਅਬ ਚਿਤ ਅਦਕ ਪਸਾਰਿਆ, ਕਹਿੰਦੇ ਤੂੰ ਕੀ ਕੀਤਾ ਸਾਧ ਸੰਗਤ ਜੀਓ, ਔਰ ਮਾਤਾ ਦੇ ਗਰਭ ਦੇ ਵਿੱਚ ਸੀ, ਬੜਾ ਦੁਖੀ ਹੋ ਰਿਹਾ ਸੀ। ਹੁਣ ਤੋਂ ਮਾਇਆ ਦੇ ਵਿੱਚ ਬਹੁਤ ਤਰ੍ਹਾਂ ਕਰਕੇ ਚਿੱਤ ਨੂੰ ਪਸਾਰਿਆ ਹੋਇਆ। ਖਾਤ ਪੀਵਤ ਸਵੰਤ ਸੁਖੀਆ, ਨਾਨਕ ਸਿਮਰਤ ਖੀਨ, ਗਰਭ ਉਦਰ ਬਿਲਾਟ ਕਰਤਾ, ਤਹਾਂ ਹੋਵਤ ਸ਼ੀਨ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਇਸ ਕਰਕੇ ਖਸਮ ਸੇਤੀ ਅਰਦਾਸ ਬਖਾਣਾ, ਉਰਦ ਧਿਆਨ ਲਿਵ ਲਾਗਾ। ਪੁੱਠੇ ਲਟਕੇ ਦਾ ਤੇਰਾ ਰੱਬ ਨਾਲ ਧਿਆਨ ਜੁੜਿਆ ਸੀ। ਗਰਭ ਛੋੜ ਮ੍ਰਿਤ ਮੰਡਲ ਆਇਆ। ਜਦੋਂ ਗਰਭ ਛੋੜ ਭਾਵ ਕੇ ਮਾਤਾ ਦੇ ਗਰਭ ਦੇ ਵਿੱਚੋਂ ਤੂੰ ਬਾਹਰ ਨਿਕਲ ਆਇਆ, ਆ ਧਰਤੀ ਮੰਡਲ ਮਾਤਲੋਕ ਤੇ ਆ ਗਿਆ। ਹਉ ਨਰ ਹਰ ਮਨਹੁ ਵਿਸਾਰਿਆ। ਤਾਂ ਸਾਧ ਸੰਗਤ ਜੀਓ, ਨਰ ਹਰ ਜਿਹੜਾ ਨਰਾਂ ਦੇ ਉਪਜਣ ਤੇ ਵਿਸਣ ਦੀ ਸਮਰੱਥਾ ਰੱਖਦਾ ਹੈ, ਮਰਨ ਤੇ ਜੰਮਣ ਦੀ ਸਮਰੱਥਾ ਮੇਰੇ ਵਾਹਿਗੁਰੂ ਦੇ ਹੱਥ ਵਿੱਚ ਹੈ, ਜੀਵਾਂ ਦੀ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਭੁੱਲ ਗਿਆ, ਮਨੋਂ ਵਿਸਾਰਿਆ। ਉਰਜ ਪਰੇ ਜੋ ਛੋੜ ਛਡਾਨਾ, ਦੇਵਨਹਾਰ ਮਨਹਿ ਵਿਸਰਾਨਾ। ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਰੇ ਮੂੜ ਤੂੰ ਕਿਉਂ ਸਿਮਰਤ ਅਵ ਨਾਹੀ, ਨਰਕ ਘੋਰ ਮੈਂ ਉਰਦ ਤਪ ਕਰਦਾ, ਨਿਮਕ ਨਿਮਕ ਗੁਣ ਗਾਹੀ। ਕਹਿੰਦੇ ਨੇ ਅਨਕ ਜਨਮ ਭ੍ਰਮ ਤੋਂ ਹੀ ਆਇਓ, ਮਾਨਸ ਜਨਮ ਦੁਰਲਭ ਆਹੀ। ਕਹਿੰਦੇ ਗਰਭ ਜੋਨ ਛੋੜ ਜੋ ਨਿਕਸਿਓ, ਤਉ ਲਾਗੋ ਅਨ ਨਾਹੀ। ਇਸ ਕਰਕੇ ਮਾਨਸ ਜਨਮ ਦੁਰਲਭ ਹੈ, ਛਿਣ ਭੰਗਰ ਛਲ ਦੇਹੀ ਇਸ਼ਾਰਾ। ਇਹ ਥੋੜੇ ਚਿਰ ਦਾ ਸੀ, ਪਰ ਤੂੰ ਰੱਬ ਨੂੰ ਭੁੱਲ ਗਿਆ ਇਹ ਪ੍ਰਾਪਤ ਕਰਕੇ। ਫਿਰ ਪਛਤਾਵਹਿਗਾ ਮੂੜਿਆ। ਮੂਰਖਾ, ਸਰੀਰ ਜਦੋਂ ਜਾਊਗਾ ਪਛਤਾਵੇਂਗਾ, ਬੁਢਾਪਾ ਆ ਗਿਆ ਪਛਤਾਏਂਗਾ, ਕੋਈ ਸੱਟ ਫੇਟ ਲੱਗ ਗਈ ਪਛਤਾਏਂਗਾ, ਕੋਈ ਦਰੰਗ ਵਗੈਰੇ ਦਾ ਅਟੈਕ ਹੋ ਗਿਆ, ਬਿਮਾਰੀ ਲੱਗ ਗਈ ਪਛਤਾਏਂਗਾ। ਪਾਵਨ ਕੋ ਮਤ ਭ੍ਰਮ ਲਾਗਾ। ਤੂੰ ਐਵੇਂ ਭਰਮ ਦੇ ਵਿੱਚ ਨਾ, ਖੋਟੀ ਬੁੱਧੀ ਦੇ ਪਿੱਛੇ ਲੱਗ ਕੇ, ਮਾੜੇ ਮਨ ਦੇ, ਮਾੜੀ ਸੰਗਤ ਦੇ ਭਰਮ ਹੈ ਤੈਨੂੰ, ਤੂੰ ਦੇਖੇਂਗਾ ਤੇਰਾ ਹਾਲ ਕੀ ਹੋਵੇਗਾ। ਚੇਤ ਰਾਮ ਨਾਹੀ ਜਮਪੁਰ ਜਾਹੇਗਾ। ਹੁਣ ਤੂੰ ਜੇ ਵਾਹਿਗੁਰੂ ਨੂੰ ਚੇਤਨਾ ਕਰੇਂਗਾ ਤੇ ਜਮਾਂ ਦੀ ਪੁਰੀ ਨੂੰ ਨਹੀਂ ਜਾਣਾ। ਜਨ ਵਿੱਚ ਰਹਿ ਅਨਰਾਧਾ। ਜਨ ਮਤਾ ਵਿਚਰ, ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਵਿੱਚ
ਤੇ ਭੂਤਾਂ ਪ੍ਰੇਤਾਂ ਦੀ ਸਮਾਧਾਂ ਦੀ ਮੜੀਆਂ ਮਸਾਣੀਆਂ ਦੀ ਪੂਜਾ ਨਾ ਕਰੋ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇਰੀ ਰੱਖਿਆ ਕਰਨ ਵਾਲਾ ਹੈ। ਤੇ ਭਾਈ ਸਤਿਗੁਰੂ ਤੋਂ ਨਾ ਤੂੰ ਸਾਧ ਸੰਗ ਜੋ ਮੂੰਹ ਫੇਰ, ਸਤਿਗੁਰ ਤੇ ਜੋ ਮੂੰਹ ਫੇਰੇ ਤੇ ਬੇਮੁਖ ਮੁਰੇ ਦਸੈਨ ਅਨ ਦਿਨ ਵੱਧੇ ਮਾਰੀਆਂ ਫਿਰ ਵੇਲਾ ਨਾ ਲਹਨ, ਮੁੜ ਕੇ ਸਮਾਂ ਨਹੀਂ ਮਿਲਣਾ ਤੈਨੂੰ। ਰਹਾਉ ਵਿਸਰਾਮ ਦੇ ਕੇ ਕਹਿੰਦੇ ਨੇ ਬਾਲ ਵਿਨੋਦ ਚਿੰਦ ਰਸ ਲਾਗਾ। ਜਿਸ ਵੇਲੇ ਬਾਲਕ ਅਵਸਥਾ ਹੁੰਦੀ ਹੈ ਉਸ ਵੇਲੇ ਖੇਡਣ ਦੇ ਵਿੱਚ ਤੇਰਾ ਬੜਾ ਚਿਤਵਣ ਵਿੱਚ ਰਸ ਲੱਗਿਆ ਹੋਇਆ ਸੀ। ਖਿਨ ਖਿਨ ਮੋਹਿ ਵਿਆਪੈ ਕਦੇ ਮਾਂ ਨਾਲ ਮੋਹ ਜੁੜ ਗਿਆ, ਬਾਪ ਨਾਲ, ਭੈਣ ਭਰਾਵਾਂ ਨਾਲ, ਤੇ ਅੱਗੇ ਸਾਧ ਸੰਗਤ ਜੋ ਸੰਸਾਰ ਨਾਲ, ਘਰ ਦੇ ਪਦਾਰਥਾਂ ਨਾਲ, ਵਿਦੇਸ਼ਾਂ ਵਿੱਚ ਮੋਹ ਜੁੜ ਗਿਆ ਤੇਰਾ, ਰੱਬ ਨੂੰ ਭੁੱਲ ਗਿਆ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ। ਕਹਿੰਦੇ ਇਹ ਜੀਵ ਰਸ ਮਿਸ ਤਦਾਕਾਰ ਹੋ ਕੇ ਵਿਸ਼ੇ ਵਿਕਾਰਾਂ ਦੀ ਜੋ ਵਿਉਹ ਬੱਤ ਹੈ ਮਰਨ ਵਾਲੀ, ਇਹ ਵਿਉਹ ਨੂੰ, ਅੰਮ੍ਰਿਤ ਨੂੰ ਛੱਡ ਕੇ ਵਿਉਹ ਨੂੰ ਖਾਂਦਾ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ। ਦੇਖੋ ਕੋਈ ਬੰਦਾ ਨਾ ਭਗਤੀ ਨੂੰ ਪਸੰਦ ਨਹੀਂ ਕਰਦਾ, ਰੱਬ ਨੂੰ ਪਸੰਦ ਨਹੀਂ ਕਰਦਾ, ਸੇਵਾ ਨੂੰ, ਨਾਮ ਨੂੰ, ਸਿਮਰਨ ਨੂੰ, ਬੰਦਗੀ ਨੂੰ, ਤੇ ਤਾਸ਼ ਤੇ ਵੇਖ ਲਓ ਕਿੰਨੇ ਕਿੰਨੇ ਬੰਦੇ ਬੈਠੇ ਹੁੰਦੇ ਆ। ਤੇ ਫਿਰ ਵੇਖ ਲਓ ਵੀ ਕਲੱਬਾਂ ਪੱਬਾਂ ਵਿੱਚ ਕਿੰਨੇ ਕਿੰਨੇ ਬੈਠੇ ਹੁੰਦੇ ਆ, ਸੱਥਾਂ ਵਿੱਚ, ਪਾਰਕਾਂ ਵਿੱਚ ਕਿੰਨੇ ਕਿੰਨੇ ਬੈਠੇ ਹੁੰਦੇ ਆ। ਕਦੇ ਰੱਬ ਦੀ ਗੱਲ ਸੁਣੀ ਹੈ, ਕਰੀ ਹੈ? ਜੂਏ ਜਨਮ ਹਾਰ ਕੇ ਤੁਰ ਜਾਂਦਾ ਜੀਵ ਸਾਧ ਸੰਗਤ ਜੀ। ਔਰ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਖਤ ਕੀ ਵਿਧ ਨੈਣੋਂ ਡੀਠੀ। ਅੰਮ੍ਰਿਤ ਕੌੜਾ ਲੱਗਦਾ, ਵਿਸ਼ੇ ਵਿਕਾਰ ਮਿੱਠੇ ਲੱਗਦੇ ਨੇ ਇਹਨੂੰ। ਤੋ ਪੰਜ ਪ੍ਰਗਟ ਸੰਤਾਪੈ ਤੋ ਪੰਜ ਪ੍ਰਗਟ ਸੰਤਾਪੈ। ਕਹਿੰਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਰਸ ਨੂੰ ਤਾਂ ਨਹੀਂ ਚੱਖਿਆ ਸਾਧ ਸੰਗਤ ਜੀ। ਜਿਹੜੇ ਹੋਰ ਮੇਦ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਰਸ ਮਿਸ ਮੇਦ, ਮੇਦ ਕਹਿੰਦੇ ਨੇ ਮੀਟ ਸ਼ਰਾਬ ਇਤਿਆਦਿਕ ਰਸਾਂ ਨੂੰ, ਇਹ ਖਾਣੇ ਕੀਤੇ ਨੇ। ਪੰਜ ਪ੍ਰਗਟ ਸੰਤਾਪੈ, ਪੰਜ ਜਿਹੜੇ ਕਾਮ ਕ੍ਰੋਧ ਸੀ ਭਲੀ ਪ੍ਰਕਾਰ ਤੈਨੂੰ ਦੁੱਖ ਦਿੰਦੇ ਨੇ। ਜਪ ਤਪ ਸੰਜਮ ਛੋੜ ਸੋ ਕ੍ਰਿਤ ਕਿਰਤ ਮਤ। ਕਹਿੰਦੇ ਤੂੰ ਜਪ ਵੀ ਛੱਡਿਆ, ਤਪ ਵੀ ਛੱਡਿਆ। ਜਪ ਵਾਹਿਗੁਰੂ ਵਾਹਿਗੁਰੂ ਛੱਡਤਾ, ਤਪ ਸੇਵਾ ਛੱਡਤੀ, ਇੰਦਰੀਆਂ ਦਾ ਦਮਨ ਕਿਉਂਕਿ ਸੰਤੋਖੀ ਜੀਵਨ ਚੱਲੇਗਾ ਛੱਡਤੇ। ਸੁਕਿਰਤ ਮਤ, ਸੁਕਿਰਤ ਮਤ ਸਾਧ ਸੰਗਤ ਜੀਓ ਕਹਿੰਦੇ ਨੇ। ਔਰ ਜਿਹੜੇ ਕਰਨ ਵਾਲੇ ਕੰਮ ਸੀਗੇ ਉਹ ਨਹੀਂ ਤੇਰੇ ਕੋਲੋਂ ਹੋਏ, ਰੱਬ ਦਾ, ਪਰਮਾਤਮਾ ਦਾ, ਅਕਾਲ ਪੁਰਖ ਦਾ। ਸਾਧ ਸੰਗਤ ਜੀਓ ਤੂੰ ਜਸ ਕਰਨਾ ਸੀ, ਰਾਮ ਨਾਮ ਨਾ ਅਰਾਧਿਆ। ਤੂੰ ਪਰਮਾਤਮਾ ਦੇ ਨਾਮ ਦੀ ਅਰਾਧਨਾ ਨਹੀਂ ਕੀਤੀ। ਸਾਧ ਸੰਗਤ ਜੀਓ ਸੁਕਿਰਤ ਮਤ, ਪੁੰਨ ਕਰਨੇ ਤੇ ਆਦਿ ਕੋ ਸਾਰਾ ਕੁਝ ਛੱਡ ਦਿੱਤੇ। ਉਛਲਿਆ ਕਾਮ ਕਾਲ ਮਤ ਲਾਗੀ। ਜਿਸ ਵੇਲੇ ਜੋਬਨ ਅਵਸਥਾ ਵੇਲੇ ਕਾਮਦੇਵ ਨੇ ਛਾਲਾ ਮਾਰਿਆ, ਫਿਰ ਦੇਖ ਲਓ ਵੀ ਕਾਮ ਨੇ ਇੰਨਾ ਜ਼ੋਰ ਪਾ ਲਿਆ, ਕਈ ਤਾਂ ਭੈਣ ਭਰਾ ਦੇ ਰਿਸ਼ਤੇ ਵੀ ਟੁੱਟ ਗਏ ਵਿਸ਼ੇ ਵਿਕਾਰਾਂ ਵਿੱਚ ਨਾ। ਅੱਜ ਕੱਲ੍ਹ ਚਾਚੇ ਤਾਇਆਂ ਦੀਆਂ ਕੁੜੀਆਂ ਨਾਲ ਲੋਕੀ ਵਿਆਹ ਕਰਾਈ ਜਾਂਦੇ ਆ, ਭੂਆ ਫੁੱਫੇ ਮਾਮੇ ਨਾਨੇ ਚਾਚੇ, ਪਿੰਡ ਦੀਆਂ ਲੜਕੀਆਂ। ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲਓ। ਰੱਬ ਦੇ ਸਿਧਾਂਤ ਕਿੱਧਰ ਗਏ ਓਏ ਲੋਕੋ? ਤੁਸੀਂ ਗੁਰਬਾਣੀ ਨੂੰ ਛੱਡ ਦਿੱਤਾ, ਕਥਾ ਤੋਂ ਦੂਰ ਹੋ ਗਏ, ਗੁਰਮਤਿ ਵਿਚਾਰ ਤੋਂ ਦੂਰ ਹੋ ਗਏ। ਤਾਂ ਇਹ ਹੋ ਰਿਹਾ। ਸਾਡੇ ਕੋਲ ਬੱਚਿਆਂ ਨੂੰ ਕੋਈ ਸਮਾਜਿਕ ਮਤ, ਪਰਿਵਾਰਕ ਮਤ ਦੇਣ ਦਾ ਤਾਂ ਟਾਈਮ ਹੀ ਹੈ ਨਹੀਂ ਸਾਡੇ ਕੋਲ, ਤਾਂ ਨਾ ਹੀ ਬੱਚਿਆਂ ਕੋਲ ਟਾਈਮ ਹੈ। ਆਹ ਲੋਕਡਾਊਨ ਹੈ ਨਾ, ਮਹੀਨਾ ਹੋਰ ਅੱਗੇ ਵੱਧ ਜਾਂਦਾ, ਮਹੀਨਾ ਹੋਰ ਅੱਗੇ। ਇਹਦਾ ਜਿਹੜਾ ਕੁਝ ਸੀ ਸਾਰਾ ਕੁਝ ਭੁੱਲ ਗਏ। ਇਹ ਰੱਬ ਵਾਲੇ ਪਾਸਿਓਂ ਵੀ ਗਏ, ਪੜ੍ਹਾਈ ਵਾਲੇ ਪਾਸਿਓਂ ਵੀ, ਮਾਂ ਪਿਓ ਵਾਲੇ ਪਾਸਿਓਂ ਵੀ ਗਏ। ਸੋ ਸਤਿਗੁਰੂ ਕਹਿੰਦੇ ਨੇ ਉਛਲਿਆ ਕਾਮ ਕਾਲ ਮਤ ਲਾਗੀ। ਕਾਮ ਨੇ ਉਛਾਲਾ ਮਾਰਿਆ, ਕਾਮਦੇਵ ਨੇ ਆਪਣਾ ਮਤ ਬੁੱਧ ਕਾਲਖ ਵਾਲੀ ਹੋ ਗਈ। ਫਿਰ ਬੰਦਾ ਜਿਹੜਾ ਕਾਮ ਦੇ ਰਸ ਵਿੱਚ ਪੈ ਜੇ ਨਾ, ਜਿੰਨੀ ਮਰਜ਼ੀ ਬੇਇੱਜ਼ਤੀ ਹੋਈ ਜਾਵੇ, ਉਹਨੂੰ ਬੇਇੱਜ਼ਤੀ ਨਹੀਂ, ਉਹੀ ਕੁਛ ਦਿਸੂਗਾ, ਬਦਨਾਮੀ ਨਹੀਂ ਦਿੰਦੀ ਉਹਨੂੰ। ਸਾਧ ਸੰਗਤ ਵੀ ਮੇਰੇ ਖਾਨਦਾਨ ਦੀ ਬਦਨਾਮੀ ਹੁੰਦੀ ਹੈ, ਕਿੰਨਾ ਵੱਡਾ ਕੋਈ ਹੈ। ਇਸ ਕਰਕੇ ਅੱਜ ਦੀ ਜਿਹੜੀ ਪੀੜ੍ਹੀ ਹੈ, ਯੁਵਾ ਪੀੜ੍ਹੀ, ਨੌਜਵਾਨ ਪੀੜ੍ਹੀ ਹੈ, ਲੜਕੇ ਲੜਕੀਆਂ, ਇਹ ਕਿੰਨੇ ਸਾਧ ਸੰਗਤ ਇਸ ਦਲਦਲ ਦੇ ਵਿੱਚ ਡੁੱਬ ਗਏ, ਗਰਸੇ ਗਏ ਰੱਬ ਦੇ ਨਾਮ ਤੋਂ ਬਿਨਾਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਅੰਤ ਦੇ ਸਮੇਂ ਹੋਇਆ ਕੀ? ਆਨ ਸਖਤ ਗਲ ਬਾਂਧਿਆ। ਆਉਣ ਵੇਲੇ ਕਾਲ ਨੇ ਫਿਰ ਗਲ ਵਿੱਚ ਪਾ ਲਈ ਫੰਦੀ। ਸਾਧ ਸੰਗਤ ਜੀਓ ਜੁੱਤੀਆਂ ਦੀ ਗਲ ਬੰਨ੍ਹਦਿਆ, ਮੂੰਹ ਕਾਲਾ ਕਰਕੇ। ਫਿਰ ਕਈ ਵਾਰੀ ਕੋਈ ਕਿਸੇ ਧੀ ਭੈਣ ਦਾ ਦੋਸ਼ੀ ਹੁੰਦਾ ਨਾ, ਮੂੰਹ ਕਾਲਾ ਕਰਕੇ ਨਗਰ ਵਾਲੇ ਗਧੇ ਤੇ ਬਿਠਾਉਂਦੇ ਆ,
ਤੇ ਸਾਧ ਸੰਗਤ ਅੱਜ ਕੱਲ੍ਹ ਤਾਂ ਮੀਡੀਏ ਦਾ ਸਾਧਨ ਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਨਾਂ ਤੋਂ ਬਚ ਜਾ। ਰੱਬ ਅੱਗੇ ਬੇਨਤੀ ਜੋਦੜੀ ਕਰਿਆ ਕਰ, ਪਰਮਾਤਮਾ ਦੇ ਅੱਗੇ ਮਾਲਕਾ ਮੈਨੂੰ ਬਚਾ, ਇਹ ਮੇਰੇ ਅੰਦਰ ਬੈਠੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਤਰਣ ਤੇਜ ਪਰ ਤ੍ਰੈ ਮੁਖ ਜੋ ਹੈ। ਕਹਿੰਦੇ ਤਰਣ ਜਵਾਨ ਅਵਸਥਾ ਦੇ ਵਿੱਚ ਤੇਜ ਬਲ ਕਰਕੇ ਨਾ ਕੀ ਕਰਦਾ ਤੂੰ? ਸਾਧ ਸੰਗਤ ਜੀਓ, ਪਰਾਈਆਂ ਔਰਤਾਂ ਦੇ ਰੂਪ ਤੱਕਦਾ ਹੈ। ਤੁਸੀਂ ਦੇਖਿਓ ਜਿਹੜਾ ਬਿਕਾਰੀ ਬੰਦਾ ਹੈ ਨਾ, ਉਹਦੀ ਆਪਣੀ ਧੀ ਭੈਣ ਲਈ ਝਾਕਣੀ ਹੋਰ ਹੋਵੇਗੀ, ਦੂਜਿਆਂ ਲਈ ਹੋਰ ਹੋਵੇਗੀ। ਲੈ ਫਾਹੀ ਰਾਤੀ ਤੁਰਹਿ ਪ੍ਰਭ ਜਾਣੈ, ਪ੍ਰਾਣੀ ਤੱਕਹਿ ਨਾਰ ਪਰਾਈਆਂ ਲੁਕ ਅੰਦਰ ਠਾਣੀ। ਤੇਜ ਤਰਨ ਤੇਜ ਸੂਰਜ ਵਾਂਗੂ ਤੇਜ ਪ੍ਰਤਾਪ, ਤੇਰੇ ਜੋਵਨ ਦਾ ਸੀ ਤੇ ਜਵਾਨੀ ਨੂੰ ਸਾਂਭ ਨਾ ਸਕਿਆ। ਉਹ ਪਤਾ ਨਹੀਂ ਕਿੰਨੇ ਕੁ ਮਾੜੇ ਕੰਮਾਂ 'ਚ ਪੈ ਗਿਆ, ਕਿਉਂਕਿ ਆਹ ਟਾਈਮ ਬੱਚਿਆਂ ਦੇ ਪੜ੍ਹਨ ਦਾ ਹੁੰਦਾ। ਜਦੋਂ ਸਾਧ ਸੰਗਤ 10ਵੀਂ ਕਲਾਸ ਤੋਂ ਬਾਅਦ ਉਹਨੇ +2 ਕਰਨੀ ਹੁੰਦੀ ਹੈ, ਡਿਪਲੋਮੇ ਕਰਨੇ ਹੁੰਦੇ ਨੇ, ਡਿਗਰੀਆਂ ਕਰਨੀਆਂ ਹੁੰਦੀਆਂ ਨੇ, ਹੋਰ ਵੀ ਸਾਧ ਸੰਗਤ ਜੋ ਕਈ ਕਿਸਮ ਦੀਆਂ ਪੜ੍ਹਾਈਆਂ PhD ਤੱਕ ਜਾਂਦੀਆਂ ਨੇ। IAS ਬਣਦਾ, IPS ਬਣਦਾ, ਉਧਰ ਨੂੰ ਤਾਂ ਧਿਆਨ ਹੀ ਘਟ ਗਿਆ। 10ਵੀਂ ਦੇ ਬੱਚੇ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ, BA ਵਾਲੇ ਨੂੰ ਪੰਜਾਬੀ ਨਹੀਂ ਸੁੱਧ ਪੜ੍ਹਨੀ ਆਉਂਦੀ, MA ਵਾਲੇ ਨੂੰ ਸੁੱਧ ਪੰਜਾਬੀ ਨਹੀਂ। ਕੋਈ ਬਿਰਲਾ ਵਿਰਲਾ ਹੀ ਹੈ ਜਿਹੜਾ ਪੰਜਾਬੀ ਦੀ ਸਾਰੇ ਮੁਹਾਵਰੇ ਭਾਸ਼ਾ ਜਾਣਦਾ ਹੋਵੇ, ਲਹਿੰਦੇ ਪੰਜਾਬ ਦੀ ਬੋਲੀ, ਚੜ੍ਹਦੇ ਪੰਜਾਬ ਦੀ ਬੋਲੀ। ਇਹ ਸਾਡੇ ਵਿੱਚ ਬਹੁਤ ਵੱਡੀ ਘਾਟ ਹੋ ਗਈ ਸਾਧ ਸੰਗਤ ਜੀ, ਕਿਉਂਕਿ ਜਿੰਨੀ ਜਵਾਨੀ ਹੈ ਅੱਜ, ਹੁਣ 20-20 30-30 ਇਕੱਠੇ ਹੋ ਕੇ ਮੰਡੀਰ, ਉਹ ਕੋਈ ਪੜ੍ਹਾਈ ਦਾ ਥੋੜ੍ਹਾ ਹੀ ਕਰਦੇ ਨੇ, ਉਹ ਕੋਈ ਚੰਗਾ ਕੰਮ ਥੋੜ੍ਹਾ ਹੀ ਕਰਦੇ ਨੇ, ਉਹ ਕੋਈ ਸਮਾਜ ਸੇਵਾ ਦਾ ਥੋੜ੍ਹਾ ਹੀ ਕੰਮ ਕਰਦੇ ਨੇ। ਆ ਮੋਬਾਈਲਾਂ 'ਤੇ ਲੱਗ ਇੱਕ ਦੂਜੇ ਨੂੰ ਗੰਦੀਆਂ ਗਾਲਾਂ ਕੱਢਣੀਆਂ, ਫਿਰ ਪਲੈਨਿੰਗ ਬਣਨਾ। ਤੇ ਸਾਧ ਸੰਗਤ ਜੀ, ਪਿੰਡਾਂ ਦੇ ਵਿੱਚੋਂ ਅੱਜ ਜਿਹੜੇ ਹਾਦਸੇ ਵਾਪਰਦੇ ਨੇ, ਲੜਕੀਆਂ ਭੱਜ ਗਈਆਂ, ਕੋਈ ਲੜਕਾ ਲੜਕੀ ਨੂੰ ਭਜਾ ਕੇ ਲੈ ਗਿਆ, ਕੋਈ ਲੜਕੀ ਲੜਕੇ ਨੂੰ ਭਜਾ ਕੇ ਲੈ ਗਈ, ਕੋਈ ਮਾਂ ਬਾਪ ਨੂੰ ਕੁੱਟਦਾ, ਕੋਈ ਜ਼ਮੀਨ ਜਾਇਦਾਦ ਵੇਚਦਾ, ਕੋਈ ਸਮੈਕ ਵਿੱਚ ਪੈ ਗਿਆ, ਚਿੱਟੇ ਵਿੱਚ ਪੈ ਗਿਆ, ਕੋਕੀਨ ਹੈਰੋਇਨ ਭੁੱਕੀ ਟੀਕਿਆਂ ਵਿੱਚ ਪੈ ਗਿਆ, ਘਰ ਬਰਬਾਦ ਕਰ ਲੈਣਾ ਤੇ ਲੜਾਈਆਂ ਝਗੜਿਆਂ ਵਿੱਚ ਜਾਂ ਗੈਂਗਸਟਰ ਬਣ ਗਏ। ਹੁਣ ਅੱਜ ਕੱਲ੍ਹ ਸਾਧ ਸੰਗਤ ਜੋ 10-20 ਮੰਡੀਰ ਇਕੱਠੀ ਹੋਈ, ਉੱਥੇ ਉਹਨਾਂ ਦੇ ਮੇਰੀ ਰਿਸ਼ਤੇਦਾਰੀ 'ਚ ਉਹਨੂੰ ਕੁੱਟ ਕੇ ਆਉਣਾ। ਦੇਖੋ ਕਿੱਡੀ ਬਹਾਦਰੀ ਹੈ। ਤੈਂ PhD ਕਰਨੀ ਸੀ, ਡਾਕਟਰ ਬਣਨਾ ਸੀ, ਟੀਚਰ ਬਣਨਾ ਸੀ, ਪ੍ਰੋਫੈਸਰ ਲੈਕਚਰਾਰ ਬਣਨਾ ਸੀ। ਉਹ ਜਵਾਨਾ ਤੂੰ ਕਿੱਧਰ ਨੂੰ ਚੱਲ ਪਿਆ ਅੱਜ ਦੇ ਨੌਜਵਾਨਾਂ? ਮਾਂ ਪਿਓ ਦਾ ਤੈਨੂੰ ਡਰ ਨਹੀਂ, ਕਿਸੇ ਟੀਚਰ ਦਾ ਤੈਨੂੰ ਡਰ ਨਹੀਂ, ਕਿਸੇ ਸਾਧ ਸੰਗਤ ਜੀਓ ਕੋਈ ਮਹਾਂਪੁਰਖ ਦਾ ਤੈਨੂੰ ਡਰ ਨਹੀਂ, ਚੰਗੇ ਬੰਦਿਆਂ ਦੀ ਸੇਧ ਨਹੀਂ ਲੈਣੀ। ਇਸ ਕਰਕੇ ਹੰਕਾਰ ਹਉਮੈ ਦੇ ਵਿੱਚ ਮਰ ਜੂ ਜਾਂ ਮਾਰ ਦੂੰ, ਬਸ ਇੱਥੇ ਹੀ ਸਾਧ ਸੰਗਤ ਜੀ ਗੱਲ ਖੜੀ ਆ। ਸਾਈਂ ਕਹਿੰਦੇ ਉਛਲਿਆ ਕਾਮ ਕਾਲ ਮਤ ਲਾਗੀ, ਤੋਂ ਆਨ ਸਖਤ ਗੱਲ ਬੰਦ ਆ। ਜਦੀ ਕਾਮ ਉਛਲਿਆ ਤੇ ਕਾਲ ਕਰਨੇ ਵਾਲੀ ਜਿਹੜੀ ਸਾਧ ਸੰਗਤ ਜੀਓ ਭਾਵੀ ਸੀ ਨਾ, ਉਹ ਭਾਵੀ ਆ ਪਈ ਤੇ ਫਿਰ ਜੁੱਤੀਆਂ ਪੈਂਦੀਆਂ, ਮੂੰਹ ਕਾਲਾ ਹੁੰਦਾ ਹੈ। ਕਹਿੰਦੇ ਨੇ ਤਰਨ ਤੇਜ, ਤਰਨ ਰਾਰੇ ਨੂੰ ਔਂਕੜ ਬੋਲੀ ਜਾਊਗੀ। ਤੇਰੀ ਜਿਹੜੀ ਜਵਾਨੀ ਸੀ ਨਾ, ਬੜਾ ਬਲ ਸੀ ਉਹਦੇ ਵਿੱਚ, ਪਰ ਤੇਰਾ ਮੁਖ ਜੋ ਹੈ, ਤੂੰ ਪਰਾਈਆਂ ਔਰਤਾਂ ਦੇ ਮੂੰਹ ਵੇਖਦਾ ਰਿਹਾ, ਉਹਨਾਂ ਦੇ ਪਿੱਛੇ ਫਿਰਦਾ ਰਿਹਾ, ਜਿਵੇਂ ਕੁੱਤਾ ਮਾਸ ਦੇ ਟੁਕੜੇ ਦੇ ਪਿੱਛੇ ਪਿੱਛੇ ਫਿਰਦਾ, ਗੰਦਗੀ ਦੇ ਪਿੱਛੇ ਤੁਰਿਆ ਫਿਰਦਾ ਰਿਹਾ। ਸਰ ਅਪਸਰ ਕੀ ਸਾਰ ਨਾ ਜਾਣਾ, ਫਿਰ ਕੀਚ ਬੁਢਾਈ ਜੀਓ। ਇਸ ਕਰਕੇ ਸਤਿਗੁਰੂ ਕਹਿੰਦੇ ਇਧਰੋਂ ਤੈਨੂੰ ਸੋਝੀ ਨਹੀਂ ਆਈ। ਸਰ ਅਪਸਰ ਨਾ ਪਛਾਣਿਆ, ਕਹਿੰਦੇ ਨੇ ਸਰ ਅਪਸਰ ਨਾ ਪਛਾਣ, ਚੰਗਾ ਬੁਰਾ ਭਲਾ ਆਪਣਾ ਪਰਾਇਆ ਨਹੀਂ ਪਛਾਣਿਆ। ਉਨਮਤ ਕਾਮ ਮਹਾ ਵਿਖ ਭੂਲੈ, ਉਨਮਤ ਕਹਿੰਦੇ ਤੇਰੇ ਬੁੱਧ ਦੇ ਵਿੱਚ ਕਾਮ। ਹੁਣ ਜਿਹੜਾ ਬੰਦਾ ਕਾਮੀ ਹੋਵੇ ਨਾ, ਉਹਨੂੰ ਜਿੰਨਾ ਮਰਜ਼ੀ ਕੁੱਟ ਲਓ, ਮੂੰਹ ਕਾਲਾ ਕਰ ਲਓ, ਜੋ ਕਰ ਲਓ, ਐਡੀ ਕਾਮ ਦੀ ਜਿਹੜੀ ਹਵਸ ਹੈ, ਇਹ ਤਾਂ ਵੱਡੇ ਵੱਡੇ ਹਾਥੀਆਂ ਨੂੰ ਬਸ ਕਰ ਲੈਂਦੀ ਹੈ। ਫਿਰ ਦੇਖ ਲਓ ਭੰਮਦੇ ਨਹੀਂ, ਵੜਦੇ ਹੋ ਸਾਧ ਸੰਗਤ ਜੀ। ਇਹ ਮਹਾਰਾਜ ਕਹਿੰਦੇ ਨੇ ਤੈਨੂੰ ਕਾਮ ਨੇ ਕਿਹੜੇ ਪਾਸੇ ਲੈ ਗਿਆ, ਤੂੰ ਸਮਾਜ 'ਚੋਂ ਮਾਰਿਆ ਗਿਆ, ਪਰਿਵਾਰ 'ਚੋਂ ਮਾਰਿਆ ਗਿਆ, ਸਾਧ ਸੰਗਤ ਜੀ ਰੱਬ ਵਾਲੇ ਪਾਸਿਓਂ ਮਾਰਿਆ ਗਿਆ। ਇਹ ਕਿੱਥੇ ਫਿਰ ਜਾ ਕੇ ਇਹਦਾ ਇਲਾਜ ਕਿੱਥੇ ਹੋਊਗਾ? ਤੁਸੀਂ ਬੈਠੇ ਹੋ ਸੰਗਤ ਦੇ ਵਿੱਚ ਨਾ, ਇੱਥੇ ਸੰਗਤ ਵਿੱਚ ਬੈਠ ਕੇ ਮੇਰਾ ਗੁਰੂ ਦੇਖਦਾ, ਮੇਰਾ ਗੁਰੂ ਹਾਜ਼ਰ ਨਾਜ਼ਰ ਹੈ, ਉਦੋਂ ਫਿਰ ਇਸ ਗੁਰੂ ਦੀ ਕੀਰਤੀ ਕਰਦੇ ਨਾ, ਪੂਰਾ ਜੁੜ ਕੇ ਧਿਆਨ ਟਿਕਾ ਕੇ ਸ਼ਬਦ ਵਿੱਚ ਵਾਹਿਗੁਰੂ 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 ਵਾਹਿਗੁਰੂ
ਐਂ ਜਪਿਆ ਕਰੋ ਭਾਈ ਆਪਣੇ ਟਾਈਮ ਲਾ ਕੇ। ਫਿਰ ਸਤਿਗੁਰੂ ਕਹਿੰਦੇ ਨੇ, ਕਹਿੰਦੇ ਉਨ ਮਤ ਕਾਮ ਮਹਾ ਬਿਕ ਭੁੱਲੈ। ਇਹ ਕਾਮ ਦੀ ਮਸਤੀ ਦੇ ਵਿੱਚ ਵਿਸ਼ੇ ਵਿਕਾਰਾਂ ਵਿੱਚ ਲੱਗ ਕੇ ਰੱਬ ਨੂੰ ਭੁੱਲ ਗਿਆ, ਪਾਪ ਪੁੰਨ ਨਾ ਪਛਾਣਿਆ। ਇਹਨੇ ਨਹੀਂ ਵੇਖਿਆ ਵੇ ਮਨਾ ਆ ਪਾਪ ਕਰਦਾ ਤੂੰ, ਆ ਪੁੰਨ ਨੇ ਆ ਪਾਪ ਨੇ, ਤੈਨੂੰ ਪਛਾਣ ਨਹੀਂ ਆਈ। ਜਵਾਨੀ ਦੇ ਹੰਕਾਰ ਵਿੱਚ ਕਦ ਕੁ ਤੱਕ ਚੱਲੀ ਜਾਊ, ਥੋੜਾ ਚਿਰੀ। ਸੁਤ ਸੰਪਤ ਦੇਖ ਇਹੋ ਮਨ ਗਰਬਿਆ। ਮੇਰੇ 4 ਪੁੱਤ ਨੇ, 2 ਪੁੱਤ ਨੇ, 5 ਪੁੱਤ ਨੇ, ਕੋਲੇ ਜ਼ਮੀਨ ਐਨੀ ਹੈ, ਮਨ ਹੰਕਾਰ ਵਿੱਚ ਆ ਗਿਆ। ਸੰਪਦਾ ਦੇਖ ਕੇ ਧਨ ਦੌਲਤ, ਰਾਮ ਹਿਰਦੈ ਤੇ ਖੋਇਆ। ਪਰਮਾਤਮਾ ਦਾ ਨਾਮ ਨਹੀਂ ਜਪਿਆ, ਉਹ ਅੰਦਰੋਂ ਨਾਮ ਖੋ ਦਿੱਤਾ। ਚੰਗੇ ਪੁਰਸ਼ਾਂ ਦੀ ਸੰਗਤ ਨਹੀਂ ਕੀਤੀ। ਆਵਰ ਮਰਤ ਮਾਇਆ ਮਨ ਤੋਲੇ। ਜਿਸ ਵੇਲੇ ਕੋਈ ਆਵਰ ਹੋਰ ਮਰਦਾ ਨਾ, ਹੋਰ ਮਰਦਾ, ਮਾਇਆ ਮਨ ਤੋਲੇ, ਵਿਚਾਰਦਾ ਭਾਈ ਕਿ ਇਹਦੇ ਕੋਲੇ ਇੰਨਾ ਕੁ ਧਨ ਸੀਗਾ, ਇੰਨਾ ਕੁ ਤਾਂ ਹੋਊਗਾ, ਚੱਲ ਹੁਣ ਗਾਹਾਂ ਕੀ ਕਰ ਲੂ, ਇਹ ਆਪਣੇ ਨਾਲੋਂ ਤਾਂ ਨੀਵਾਂ ਹੀ ਸਾਮੂ। ਜਾਂ ਫਿਰ ਇਹਦੀ ਜ਼ਮੀਨ ਹੁਣ ਸਾਰਾ ਪਰਿਵਾਰ ਇਹਨਾਂ ਦਾ, ਬਾਕੀ ਕਮਲੇ ਬੌਲੇ ਨੇ ਤੇ ਆਪਾਂ ਹੀ ਲਵਾਂਗੇ। ਮਨ ਦੇ ਵਿੱਚ ਮਰਦਾ ਗੁਆਂਢੀ ਹੈ ਤੇ ਤੋਲਣ ਲੱਗ ਜੂ ਆਪਣੇ ਮਨ ਵਿੱਚ ਆਪ, ਇਹਦਾ ਘਰ ਮੈਂ ਖਰੀਦੂੰਗਾ, ਇਹਦੀ ਜ਼ਮੀਨ ਮੈਂ ਖਰੀਦੂ। ਦੇਖੋ ਕਿੱਡਾ ਬੁਰਾ ਸੋਚਦਾ ਬੰਦਾ ਦੂਜੇ ਦਾ। ਸਾਧ ਸੰਗਤ ਜੀਓ, ਆ ਸੁਣਿਓ ਨਾ ਦੁਬਾਰੇ ਫੇਰ। ਆਵਰ ਮਰਤ ਮਾਇਆ ਮਨ ਤੋਲੇ। ਜਦੋਂ ਕੋਈ ਹੋਰ ਮਰਦਾ ਉਦੋਂ ਮਨ ਉਹਦੀ ਮਾਇਆ ਨੂੰ ਤੋਲਣ ਲੱਗ ਜਾਂਦਾ ਹੈ, ਮਰੂਗਾ ਇਹ ਮੇਰੇ ਕੋਲੇ ਆਊ ਸਾਰਾ ਕੁਛ ਇਹਦਾ। ਤੋ ਭਗ ਮੁਖ ਜਨਮ ਵਿਗੋਇਆ। ਕਹਿੰਦੇ ਜਿਵੇਂ ਇਸਤਰੀ ਸਾਧ ਸੰਗਤ ਰਿਤੂ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਹੁੰਦੀ ਹੈ, ਤਾਂ ਸਤਿਗੁਰੂ ਮਹਾਰਾਜ ਨੇ ਉਹੋ ਜਿਹਾ ਮੂੰਹ ਦੱਸਿਆ। ਕਹਿੰਦੇ ਭਗਮੁਖ, ਇਹਨਾਂ ਸਾਧ ਸੰਗਤ ਜੀਓ ਭਗਮੁਖ ਵਰਗਾ ਮੂੰਹ ਹੋ ਗਿਆ ਓਏ ਤੇਰਾ, ਤੇ ਐਡਾ ਗੰਦਾ ਮੈਲਾ ਕਚੈਲਾ, ਰੱਬ ਦੀ ਕੋਈ ਵਾਹਿਗੁਰੂ ਦੀ ਕੀਰਤੀ ਉਹਦਾ ਜਸ ਤਾਂ ਨਿਕਲਦਾ ਨਹੀਂ, ਨਿੰਦਿਆ ਹੀ ਕਰਦਾ ਹੈ। ਪੁੰਡਰ ਕੇਸ ਕੁਸਮ ਤੇ ਧੌਲੇ। ਪੁੰਡਰ ਕੇਸ, ਪੁੰਡਰ ਕਹਿੰਦੇ ਨੇ ਭਾਈ ਚਿੱਟੇ ਆਪਾਂ ਨੂੰ ਪੁੰਡਰ ਕਹਿੰਦੇ ਨੇ। ਜਿਹੜੇ ਸਾਧ ਸੰਗਤ ਜੀਓ ਕੱਕਾ ਕੇਸ ਪੁੰਡਰ ਜਬ ਹੋਵੇ, ਬਿਨ ਸਾਬੂਣੈ ਉਜਲਿਆ। ਇਸ ਕਰਕੇ ਇੱਕ ਕੁਸਮ ਦੇ ਫੁੱਲ ਹੁੰਦੇ ਨੇ, ਕੁਸਮ ਦੇ ਫੁੱਲ ਚਿੱਟੇ ਰੰਗ ਦੇ, ਉਹ ਪੁੰਡਰ ਵੀ ਕਹਿੰਦੇ ਨੇ ਉਹਨੂੰ ਇੱਕ ਭਾਸ਼ਾ ਦੇ ਵਿੱਚ। ਤੇਰੇ ਕੇਸ ਜਦੋਂ ਚਿੱਟੇ ਹੋ ਗਏ ਨਾ, ਧੌਲੇ ਆ ਗਏ, ਧੌਲੇ ਸਾਰੇ ਸਰੀਰ ਦੇ, ਕਾਲੇ ਕੇਸ ਭਏ ਜਾਂ ਬੱਗੇ, ਹੱਥ ਪੈਰ ਜੋ ਕੰਬਣ ਲੱਗੇ, ਫਿਰ ਬੰਦਾ ਕੀ ਕਰਦਾ ਨਾ। ਕਈ ਮੈਂ ਬੁੜੇ ਦੇਖਿਆ ਦਾੜੀ ਨੂੰ ਕਾਲੀ ਕਰਨਗੇ ਬੁੜੇ, ਕਈ ਬੀਬੀਆਂ ਕਾਲ ਚਲਾਉਣਗੀਆਂ ਸਿਰ ਤੇ। ਕਿਉਂ ਮੂੰਹ ਕਾਲਾ ਕਰਦੇ ਆ ਆਪਣੇ ਆਪ, ਕਿਉਂ? ਇਹ ਤਾਂ ਜਮਾ ਨੇ ਕਰ ਹੀ ਦੇਣਾ। ਜਿੰਨੇ ਮਰਜ਼ੀ ਕਾਲੇ ਕਰੀ ਜਾਓ, ਚਿੱਟੇ ਨਹੀਂ ਆਉਣੋਂ ਹਟਦੇ। ਕਹਿੰਦੇ ਧੌਲੇ ਚਿੱਟੇ ਹੋ ਗਏ। ਸਪਤ ਪਾਤਾਲ ਕੀ ਬਾਣੀ। ਜਿੱਥੇ ਬੋਲ ਬੋਲ ਕੇ ਗਰਜਦਾ ਸੀ ਨਾ, ਉੱਥੇ ਇਉਂ ਲੱਗਦਾ ਜਿਵੇਂ 7 ਪਤਾਲ ਦੇ ਵਿੱਚ ਹੁਣ ਹੌਲੀ ਹੌਲੀ ਬੋਲਦਾ, ਪਾਣੀ ਦੇ ਦਿਓ, ਦਵਾਈ ਦੇ ਦਿਓ। ਉੱਚੀ ਆਵਾਜ਼ ਤਾਂ ਨਿਕਲਦੀ ਨਹੀਂ। 7 ਪਤਾਲ, ਸਪਤ ਪਤਾਲ ਕੀ ਬਾਣੀ, ਜਿਵੇਂ 7 ਪਤਾਲਾਂ ਦੇ ਹੇਠਾਂ ਬੈਠਾ ਹੁੰਦਾ। ਲੋਚਨ ਸ਼ਰਮ ਹੈ ਬੁੱਧ ਬਲ ਨਾਠੀ। ਬਿਰਧ ਅਵਸਥਾ ਵਿੱਚ ਨੇਤਰ ਸੀ ਜਿਹੜੇ ਸ਼ਰਮ ਹੈ, ਉਹਨਾਂ ਵਿੱਚੋਂ ਪਾਣੀ ਵਗਦਾ। ਪਾਣੀ ਨੈਣੋ ਨੀਰ ਬਹਿ ਤਨਖੀਨਾ ਭਏ ਕੇਸ ਦੁੱਧਵਾਨੀ। ਇਸ ਕਰਕੇ ਸਾਧ ਸੰਗਤ ਜੀਓ ਬੁਢਾਪਾ ਆ ਗਿਆ, ਅੱਖੀਆਂ ਵਿੱਚੋਂ ਪਾਣੀ ਜਾਈ ਜਾਂਦਾ ਦਿਨ ਰਾਤ। ਤਾਂ ਕਾਮ ਪਵਸ ਮਾਧਾਣੀ। ਹਾਂ, ਕਹਿੰਦੇ ਫਿਰ ਕਾਮਨਾ ਰੂਪ ਮਧਾਣੀ ਅੰਤਸਕਰਨ ਰੂਪੀ ਮੱਟੀ ਵਿੱਚ ਰਿੜਕਦੀ ਹੈ। ਜਿਉਂ-ਜਿਉਂ ਬੰਦਾ ਬੁੱਢਾ ਹੋਈ ਜਾਊ, ਤਿਉਂ-ਤਿਉਂ ਨਾ ਲੋਕਾਂ ਦੀਆਂ ਵੱਟਾਂ ਵੱਢੂਗਾ, ਤੇ ਲੋਕਾਂ ਦੇ ਸਾਧ ਸੰਗਤ ਜੀਓ ਥਾਂ ਦੱਬਣੇ, ਜ਼ਮੀਨਾਂ ਦੱਬਣੀਆਂ, ਹੋਰ ਕਈ ਕਿਸਮ ਦੇ ਲਾਲਚ ਅੰਦਰ ਤ੍ਰਿਸ਼ਨਾ ਵੱਧ ਜਾਂਦੀ ਹੈ। ਕਾਮਨਾ ਦੀ ਵਧਾਣੀ ਚੱਲਦੀ ਹੈ। ਕਾਮ ਤੇ ਵਿਖੈ ਭਈ ਮਤ ਪਾਵਸ। ਕਹਿੰਦੇ ਬਿਰਧ ਅਵਸਥਾ ਦੇ ਵਿੱਚ ਇਹਨਾਂ ਵਾਸ਼ਨਾ ਕਰਕੇ ਜਿਹੜੀ ਜੋਬਨ ਸੀ ਅਵਸਥਾ, ਉਹ ਬਿਰਧ ਹੋ ਗਈ, ਬਹੁਲਤਾ ਹੋ ਗਈ। ਕਾਇਆ ਕਮਲ ਕੁਮਲਾਣਾ। ਕਾਇਆ ਸਰੀਰ ਰੂਪੀ ਕਮਲ ਦਾ ਫੁੱਲ ਕਮਲਾ ਗਿਆ। ਅਵਗਤ ਬਾਣ ਛੋੜ ਮ੍ਰਿਤ ਮੰਡਲ। ਇਹ ਜੀਵ ਨੇ ਮ੍ਰਿਤ ਮੰਡਲਾ ਸੰਸਾਰ ਨੂੰ ਛੱਡ ਕੇ ਅਵਗਤ, ਉਹ ਪਰਮਾਤਮਾ ਦਾ ਨਾਮ ਬਾਣੀ ਰੂਪ ਉਹ ਵੀ ਛੱਡ ਦਿੱਤਾ ਹੈ। ਫੇਰ ਕੀ ਹੋਇਆ ਜਦੋਂ ਬਾਣੀ ਛੱਡਤੀ, ਇੱਥੋਂ ਜਾਂਦਾ ਹੈ, ਤੋ ਪਾਛੈ ਪਛਤਾਣਾ। ਫਿਰ ਪਛਤਾਵਾ ਹੀ ਰਹਿ ਜਾਂਦਾ। ਇਹੋ ਜਨਮ ਪਦਾਰਥ ਪਾਏ ਕੇ ਹਰ ਨਾਮ ਨਾ ਚੇਤੈ, ਲਿਵ ਲਾਏ ਪੱਗ ਖਿਸਿਆ ਰਹਿਣ ਨਹੀਂ ਆਗਿਆ ਠੌਰ ਨਾ ਪਾਏ। ਉਹ ਵੇਲਾ ਹੱਥ ਨਾ ਆਵਈ, ਅੰਤ ਗਿਆ ਪਛਤਾਈ।
ਅਵਗਣ ਛੋੜ ਗੁਣਾ ਕੋ ਧਾਵੋ ਕਰ ਅਵਗਣ ਪਛਤਾਹੀ ਜੀਓ। ਸਾਧ ਸੰਗਤ ਜੀਓ, ਮਹਾਰਾਜ ਕਹਿੰਦੇ ਨੇ ਤੈਨੂੰ ਪਛਤਾਉਣਾ ਪੈਣਾ ਹੈ, ਕਿਉਂਕਿ ਕੁਛ ਨਹੀਂ ਤੇਰਾ ਬਣਨਾ। ਨਿਕਟੀ ਦੇਹ ਦੇਖ ਧੁਨ ਉਪਜੈ। ਬਿਰਧ ਅਵਸਥਾ ਵਿੱਚ ਨਿਕਟੀ ਨਿੱਕੀਆਂ ਨਿੱਕੀਆਂ ਪੋਤੇ ਪੋਤਰੀਆਂ ਸਾਰਿਆਂ ਨੂੰ ਵੇਖ ਕੇ ਉਪਜਦਾ। ਆਓ ਮੇਰੇ ਬੱਚਿਓ, ਆਓ ਪੁੱਤ ਪੋਤਿਓ। ਮਾਨ ਕਰਤ ਨਹੀਂ ਬੂਝੈ। ਕਹਿੰਦੇ ਮਾਣ ਕਰਦਾ ਹੈ, ਪਰ ਇਹ ਨਹੀਂ ਬੁੱਝਦਾ। ਉਹ ਛਿੱਤਰ ਮਾਰਦੇ ਨੇ, ਉਹ ਇਹਨੂੰ ਕੋਈ ਪਾਣੀ ਦਾ ਗਲਾਸ ਨਹੀਂ ਫੜਾਉਂਦਾ, ਕੋਈ ਇਹਦੇ ਆਖੇ ਨਹੀਂ ਲੱਗਦਾ। ਕਹਿੰਦਾ ਪੋਤੇ ਨੂੰ, ਉਹ ਤੂੰ ਹੀ ਲੈ ਚੱਲ ਮੈਨੂੰ। ਕੋਈ ਵਿਰਲੇ ਆ ਜਿਹੜੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਦਾ, ਪੋਤੇ ਪੋਤੀਆਂ ਵੀ ਛੱਡ ਜਾਂਦੇ ਨੇ ਹਾਲ। ਲਾਲਚ ਕਰੈ ਜੀਵਨ ਤਦ ਕਾਰਨ। ਇਹ ਜਿਉਣ ਦੇ ਵਾਸਤੇ ਲਾਲਚ ਕਰਦਾ, ਪਰ ਬਹੁਤਾ ਚਿਰ ਜਿਉਇਆ ਨਹੀਂ ਜਾਣਾ ਤੇਰੇ ਕੋਲੋਂ। ਲੋਚਨ ਕਛੂ ਨਾ ਸੂਝੈ। ਅੱਖਾਂ ਵਿੱਚ ਤੈਨੂੰ ਕਦੇ ਨਿਗਾਹ ਨਹੀਂ ਮਾਰੀ, ਬਹੁਤਾ ਜੀਵਨ ਮੰਗੀ ਹੈ, ਮੂੰਹਾਂ ਨਾ ਲੋੜੇ। ਕੋਈ ਹਰੇਕ ਬੰਦਾ ਮੈਨੂੰ ਲੰਬੀ ਉਮਰ ਮਿਲੇ, ਪਰ ਤੈਨੂੰ ਇਹ ਨਹੀਂ ਦਿੰਦਾ ਕਿ ਚਲੇ ਜਾਣਾ ਥੋੜੇ ਦਿਨਾਂ 'ਚ। ਥਾਕਾ ਤੇਜ ਉੱਡਿਆ ਮਨ ਪੰਖੀ। ਪ੍ਰਾਣਾ ਦਾ ਤੇਜ ਥੱਕ ਗਿਆ, ਖੜ ਗਿਆ। ਜਦੋਂ ਪ੍ਰਾਣਾ ਦਾ ਤੇਜ ਖੜ ਗਿਆ ਨਾ, ਉੱਡਿਆ ਮਨ ਪੰਖੀ। ਤੇ ਸਾਧ ਸੰਗਤ ਜੀ, ਮਨ ਰੂਪੀ ਪੰਛੀ ਆ ਸਰੀਰ 'ਚ ਉਡਾਰੀ ਲਾ ਕੇ ਉੱਡ ਗਿਆ। ਘਰ ਆਂਗਨ ਨਾ ਸੁਖਾਈ। ਹੁਣ ਸਰੀਰ ਵੀ ਸੋਹਣਾ ਲੱਗਣੋਂ ਹਟ ਗਿਆ ਜਦੋਂ ਜਿੰਦ ਚਲੀ ਗਈ। ਉਹ ਘਰ ਵੀ ਇਉਂ ਡਰਾਉਣਾ ਆਉਂਦਾ ਵੀ ਇਹਦੀ ਲੋਥ ਨੂੰ ਚੱਕ ਲਓ। ਜਿਹੜਾ ਘਰ ਗਹਿਮਾ ਗਹਿਮਾ ਕਰਦਾ ਸੀ, ਜਦੋਂ ਘਰੇ ਆਉਂਦਾ ਸੀ ਚੰਦਰਮਾ ਚੜ੍ਹ ਜਾਂਦਾ ਸੀ, ਉਦੋਂ ਫੁੱਲ ਖਿੜ ਜਾਂਦੇ ਸੀ, ਖੁਸ਼ੀ ਹੁੰਦੀ ਸੀ, ਸਾਰਿਆਂ ਨੂੰ ਹੱਸਣ ਹਸਾਉਣ ਵਾਲਾ ਸੀ, ਜੀ ਲੱਗਦਾ ਸੀ। ਪਰ ਜਦੋਂ ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਣ ਨਾ ਸੁਖਾਈ। ਕਹਿੰਦੇ ਜੀਵ ਪੰਖੀ ਆ ਪਿੰਜਰ ਵਿੱਚੋਂ ਉੱਡ ਗਿਆ, ਇਹ ਖਾਲੀ ਰਹਿ ਗਿਆ। ਹੁਣ ਜਿਹੜਾ ਪ੍ਰਤੱਖ ਘਰ ਸੀ ਉਹ ਵੀ ਵੜ ਖਾਂਦਾ। ਆਪਾਂ ਕਹਿੰਦੇ ਜਿੱਦਾਂ ਦਾ ਗਿਆ ਹੈ ਸਾਡੇ ਕੋਲੋਂ, ਘਰ ਵੜ ਖਾਂਦਾ ਹੈ, ਜੀ ਨਹੀਂ ਲੱਗਦਾ। ਉਦੋਂ ਘਰ ਵਾਲੀ ਵੀ ਕਹਿ ਦਿੰਦੀ ਹੈ, ਭੂਤ ਪ੍ਰੇਤ ਬਣ ਗਿਆ। ਘਰ ਕੀ ਨਾਰ ਬਹੁਤ ਇਤਜਾਸਿਓ, ਘਰ ਕੀ ਨਾਰ ਉਰਹਿ ਤਨ ਲਾਗੀ। ਉਹ ਤਾਂ ਭੂਤ ਕਰ ਭਾਗੀ। ਉਹ ਵੀ ਕਹਿੰਦੀ ਹੈ, ਬੇਣੀ ਕਹੈ ਸੁਨ ਹੋ ਰੇ ਭਗਤ ਹੋ। ਬੇਣੀ ਭਗਤ ਜੀ ਕਹਿੰਦੇ ਨੇ, ਹੇ ਭਗਤ ਜਨੋ ਸੁਣਨਾ ਕਰੋ। ਮਰਨ ਮੁਕਤ ਕਿਨ ਪਾਈ। ਕਹਿੰਦੇ ਭਾਈ ਮਰ ਕੇ ਕਿਹਨੇ ਮੁਕਤੀ ਪਾਈ ਹੈ? ਜਿਉਂਦਾ ਹੀ ਮੁਕਤੀ ਪਾਉਣੀ ਹੈ। ਮਰ ਕੇ ਕੌਣ ਪਾਉਂਦਾ? ਮਰੇ ਹੋਏ ਜੇ ਮੁਕਤ ਦਿਓਗੇ। ਮੁਕਤ ਨਾ ਜਾਣਾ ਕੋਇਲਾ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਮਤਲਬ ਕਿ ਜਿਉਂਦੇ ਮਰਨਾ, ਵਿਸ਼ੇ ਵਿਕਾਰਾਂ ਤੋਂ, ਬਾਸ਼ਨਾ ਤੋਂ, ਹਰ ਚੀਜ਼ ਤੋਂ ਮਰਨਾ। ਜਿਸ ਪਿਆਰੇ ਸਿਓ ਨੇ ਹੋ ਤਿਸ ਅੱਗੇ ਮਰ ਚੱਲੀ ਹੈ। ਗੁਰੂ ਦਾ ਬਚਨ ਸੁਣ ਕੇ ਭਾਵ ਸ਼ਰਾਬ ਅਨਿਓ ਵੀ ਮੈਂ ਤਾਂ ਮਰ ਗਿਆ, ਮੈਂ ਤਾਂ ਪੀਣੀ ਨਹੀਂ। ਮੀਟ ਆਂਡਾ ਮੈਂ ਤਾਂ ਖਾਣਾ ਹੀ ਨਹੀਂ, ਝੂਠ ਬੋਲਣਾ ਹੀ ਨਹੀਂ, ਤੇ ਕਿਸੇ ਦਾ ਹੱਕ ਦੱਬਣਾ ਹੀ ਨਹੀਂ। ਮਰ ਗਿਆ ਨਾ, ਉਧਰੋਂ ਸੰਸਾਰ ਤੋਂ ਮਰ ਗਿਆ। ਤਾਂ ਫਿਰ ਮਰਨ ਮੁਕਤ ਕਿਨ ਪਾਈ। ਕਹਿੰਦੇ ਨੇ ਜੀਵਨ ਮਰਨ ਤੋਂ ਭਾਵ ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਜੀਵਤ ਮਰੇ ਤੋਂ ਬਿਨਾ ਤੈਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਕਹਿੰਦੇ ਨੇ ਜਿਹਨੇ ਪਾਈ ਹੈ ਉਹ ਜੀਵਤ ਭਾਵ ਤੋਂ ਮਰ ਜਾਂਦੇ ਨੇ। ਸਤਿਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਦਾ ਹੈ। ਕਿਵੇਂ ਮਰਿਆ ਜਾ ਸਕਦਾ ਭਾਈ? ਸਾਰੀ ਸੰਗਤ ਰੱਬ ਦੇ ਪਿਆਰ ਵਿੱਚ ਜੁੜ ਕੇ ਵਾਹਿਗੁਰੂ 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 ਇਉਂ ਸਾਰੀ ਸੰਗਤ ਵਾਹਿਗੁਰੂ ਨੂੰ ਜਪਿਆ ਕਰੋ। ਮਨ ਟਿਕਾ ਕੇ, ਧਿਆਨ ਧਰ ਕੇ, ਸ਼ਬਦਾਂ ਦੇ ਨਾਲ, ਸੁਰਤ ਸ਼ਬਦ ਦਾ ਸੁਮੇਲ, ਸਵਾਸਾਂ ਨਾਲ ਮੇਲ ਕੇ, ਰੱਬ ਦੇ ਪਿਆਰ ਵਿੱਚ ਜੁੜ ਕੇ ਤੁਹਾਨੂੰ ਆਨੰਦ ਵੀ ਆਊ ਤੇ ਸ਼ਾਂਤੀ ਵੀ ਆਊ। ਤੁਹਾਡੇ ਕਾਰਜ ਵੀ ਗੁਰੂ ਪੂਰੇ ਕਰੇਗਾ। ਵਾਹਿਗੁਰੂ ਤੁਹਾਡੇ ਤੇ ਰਹਿਮਤ ਕਰੇਗਾ। ਸਾਰੀ ਸੰਗਤ ਦਾ, ਪੜ੍ਹਨ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਸਾਡੇ ਉੱਤੇ ਰਹਿਮਤ ਕਿਰਪਾ ਬਖਸ਼ਿਸ਼ ਕੀਤੀ, ਸਾਨੂੰ ਅੰਮ੍ਰਿਤ ਵੇਲੇ ਆਪਣੇ ਚਰਨਾਂ ਵਿੱਚ ਬੈਠਣ ਨੂੰ ਥਾਂ ਦਿੱਤੀ, ਸਾਡਾ ਸਮਾਂ ਸਫਲਾ ਹੋਇਆ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਅਰਦਾਸ ਬੇਨਤੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।